ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਭੂਲ ਛਿਮੋ ਹਮਰੀ ਪ੍ਰਵਾਪਨ ਭੁੱਲਨਹਾਰ ਕਹਾਂ ਕੋ ਮੋਸੋ। ਮਹਾਰਾਜ ਕਿਰਪਾ ਕਰੋ। ਨਜ਼ਰ ਕਰ ਦਿਓ ਸਾਹਿਬ ਚੜ੍ਹਦਾ ਹੋਇਆ ਬੋਲਿਆ ਪੈਜ ਰੱਖਣਾ ਆਪਣੇ ਨਾਮ ਕੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਸਮੇਂ ਤੋਂ ਸਿੱਧ ਗੋਸ਼ ਦੀ ਮਨ ਰੂਪੀ ਧਰਤੀ ਵਿੱਚ ਵਿਚਰ ਰਹੇ ਹਾਂ। ਸਿੱਧ ਗੋਸ਼ ਦੀ ਵਿਚਾਰ ਗੁਰੂ ਨਾਨਕ ਸਾਹਿਬ ਦੀ ਆਪਣੀ ਮੁੱਖ ਵਾਕ ਬਾਣੀ ਹੈ। ਇਹ ਨਿਰਾਲੀ ਬਾਣੀ ਇਹੋ ਜਿਹੀ ਇੱਕ ਧਰਤੀ ਦੀ ਗੱਲ ਸਾਨੂੰ ਦੱਸਦੀ ਹੈ, ਸਥਾਨ ਦੀ ਗੱਲ ਦੱਸਦੀ ਹੈ, ਸੁਰਤ ਦੇ ਇਹੋ ਜਿਹੇ ਗਿਆਨ ਦੀ ਗੱਲ ਦੱਸਦੀ ਹੈ ਜਿਹੜੀ ਇਸ ਦੁਨੀਆ ਤੋਂ ਪਰੇ ਇੱਕ ਜੀਵਨ ਦੇ ਸਿਖਰ ਦੀ, ਜੀਵਨ ਨੂੰ ਅਭੇਦ ਕਰਨ ਦੀ ਵਿਧੀ ਇਸ ਬਾਣੀ ਦੇ ਜ਼ਰੀਏ ਹਾਜ਼ਰ ਹੁੰਦੀ ਹੈ। ਜੀਵਨ ਕੀ ਹੈ, ਇੱਥੇ ਕੌਣ ਜਿੱਤਦਾ ਹੈ, ਕੌਣ ਹਾਰਦਾ ਹੈ, ਕੌਣ ਸਾਡੇ ਚੋਂ ਝੋਟਾ ਖਾਂਦਾ ਹੈ, ਕੌਣ ਨਹੀਂ ਖਾਂਦਾ ਹੈ, ਕਿਸ ਤਰ੍ਹਾਂ ਕਿਸ ਵਿਧੀ ਨਾਲ ਮਨ ਨੂੰ ਇਕਾਗਰ ਕਰ ਸਕਦੇ ਹਾਂ, ਅਧਿਆਤਮ ਕਿੱਥੇ ਕਮਾਇਆ ਜਾਂਦਾ ਹੈ, ਕਿਹੜੀ ਚੀਜ਼ਾਂ ਨਾਲ, ਕਿਹਨਾਂ ਚੀਜ਼ਾਂ ਦਾ ਧਿਆਨ ਕਰਕੇ ਅਸੀਂ ਜੀਵਨ ਨੂੰ ਸੁਧਾਰ ਸਕਦੇ ਹਾਂ, ਜੀਵਨ ਨੂੰ ਅਧਿਆਤਮ ਵੱਲ, ਇਨਰ ਸਪਿਰਚੁਅਲਿਟੀ ਵੱਲ ਤੋਰ ਸਕਦੇ ਹਾਂ। ਹੋਰ ਵੀ ਅਨੇਕਾਂ ਹੀ ਗਹਿਨ ਵਿਚਾਰ ਇਸ ਬਾਣੀ 'ਚੋਂ ਪ੍ਰਗਟ ਹੁੰਦੇ ਹਨ। ਨਿਰਾਲੀ ਧਰਤੀ ਸਿੱਧ ਗੋਸ਼ ਦੀ ਬਾਣੀ ਹੈ। ਸਾਹਿਬ ਨੇ ਇੱਕ ਸਾਨੂੰ ਨਵੇਂ ਦੇਸ਼ ਦੇ ਦਰਸ਼ਨ ਕਰਾਏ ਹਨ। ਅਸੀਂ 34 ਪੌੜੀ ਤੱਕ ਦਾ, 34 ਪਦੇ ਤੱਕ ਦਾ ਵਿਚਾਰ ਕਰ ਚੁੱਕੇ ਹਾਂ। ਅੱਜ 35ਵੇਂ ਪਦੇ ਦੇ ਦਰਸ਼ਨ ਕਰਨੇ ਹਨ ਔਰ ਆਪਣੇ ਮਨ ਨੂੰ ਜੋੜਨ ਦੇ, ਵਿਕਾਰ ਰਹਿਤ ਕਰਨ ਦੇ ਕੁਝ ਸਾਧਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਜ਼ੂਰ ਦੀ ਇਸ ਨਿਰਾਲੀ ਬਾਣੀ ਨੇ ਸਾਨੂੰ ਕੀ ਦਰਸ਼ਨ ਕਰਾਏ ਹਨ? ਹੁਣ ਤੱਕ ਭ੍ਰਮਣ ਮੁਕਾ ਕੇ ਇਕਾਗਰ ਹੋਣ ਦੀ ਵਿਧੀਆਂ ਦੱਸੀਆਂ ਹਨ। ਇਹ ਵੀ ਦੱਸਿਆ ਹੈ ਕਿ ਜੀਵਨ ਵਿੱਚ ਸ਼ਬਦ ਦੇ ਆਸਰੇ, ਨਾਮ ਦੇ ਆਸਰੇ ਜੀਵਨ ਕਿਸ ਤਰ੍ਹਾਂ, ਕਿਸ ਰੂਪ ਵਿੱਚ ਬਦਲਾਅ ਵਿੱਚ ਆਉਂਦਾ ਹੈ। ਮਨ ਔਰ ਨਾਮ ਦੇ ਜੁੜਨ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਬਦ ਦੇ ਵਿੱਚ ਹਾਜ਼ਰ ਕੀਤੀ ਹੈ। ਸ਼ਬਦ ਨੂੰ ਵਿਚਾਰਨਾ, ਸ਼ਬਦ ਨਾਲ ਜੁੜਨ ਦੀ ਇੱਕ ਵਿਧੀ ਹੈ। ਜਿੱਥੇ ਮੈਂ ਆਪਣੇ ਮਨ ਦੇ ਵਿਚਾਰ ਰੋਕ ਕੇ, ਆਪਣੇ ਮਨ ਦੇ ਵਿਚਾਰ ਦੂਰ ਕਰਕੇ ਸ਼ਬਦ ਨੂੰ ਮਨ ਵਿੱਚ ਹਾਜ਼ਰ ਕਰਦਾ ਹਾਂ, ਸ਼ਬਦ ਨਾਲ ਜੁੜ ਜਾਂਦਾ ਹਾਂ, ਮੈਂ ਤੋਂ ਦੂਰ ਚਲਾ ਜਾਂਦਾ ਹਾਂ। ਇੱਕ ਚੀਜ਼ ਜੀਵਨ ਵਿੱਚ ਸਭ ਨੂੰ ਪਰੇਸ਼ਾਨ ਕਰਦੀ ਹੈ ਔਰ ਇਹ ਕਿਸ ਧਰਮ ਵਿੱਚ ਹੈ, ਕਿਹੜੀ ਜਾਤ ਵਿੱਚ ਹੈ, ਕਿਹੜੀ ਬੋਲੀ ਹੈ, ਔਰਤ ਹੈ, ਮਰਦ ਹੈ, ਸਾਰੇ ਸੰਸਾਰ ਨੂੰ ਇੱਕ ਚੀਜ਼ ਪਰੇਸ਼ਾਨ ਕਰਦੀ ਹੈ, ਉਹ ਹੈ ਮਨ। ਇਸ ਮਨ ਨੂੰ ਮੈਂ ਕਿਸ ਨਾਲ ਜੋੜਨਾ ਹੈ, ਕਿਧਰ ਲੈ ਜਾਣਾ ਹੈ? ਆਜੀਵਨ ਇਹ ਪ੍ਰਸ਼ਨ ਮੇਰੇ ਨਾਲ ਚੱਲਦਾ ਰਹਿੰਦਾ ਹੈ। ਇਸ ਮਨ ਨੂੰ ਕਿੱਥੇ ਜੋੜਨਾ ਚਾਹੀਦਾ ਹੈ? ਸਾਹਿਬ ਇਸ ਸ਼ਬਦ ਦੇ ਵਿੱਚ, ਇਸ ਪਦੇ ਦੇ ਵਿੱਚ ਸਾਨੂੰ ਇਹ ਗੱਲ ਪ੍ਰਗਟ ਕਰਨਗੇ।
ਅਸੀਂ ਆਪਣੇ ਮਨ ਨੂੰ ਪਰਿਵਾਰ ਨਾਲ ਜੋੜਦੇ ਹਾਂ, ਕੰਮ ਨਾਲ ਜੋੜਦੇ ਹਾਂ, ਕਿਰਤ ਨਾਲ ਜੋੜਦੇ ਹਾਂ, ਆਲੇ ਦੁਆਲੇ ਨਾਲ ਜੋੜਦੇ ਹਾਂ। ਕੀ ਇਹ ਠੀਕ ਹੈ? ਕੀ ਇਹੀ ਜੀਵਨ ਦੀ ਵਿਧੀ ਹੈ? ਇਸ ਜੁੜਨ ਨਾਲ ਕੀ ਨੁਕਸਾਨ ਔਰ ਕੀ ਲਾਭ ਹਨ? ਕੀ ਇਹਦੇ ਵਿੱਚ ਚੰਗਾ ਔਰ ਕੀ ਮਾੜਾ ਹੈ? ਇਹ ਬਾਣੀ ਸਾਨੂੰ ਇਹ ਪਤਾ ਸਾਨੂੰ ਦੱਸੇਗਾ। ਅਚਰਜ ਦੀ ਗੱਲ ਹੈ, ਮਨ ਦੇ ਵਿੱਚ ਅਸੀਂ ਆਜੀਵਨ ਜੀਂਦੇ ਹਾਂ ਔਰ ਮਨ ਹੀ ਸਾਨੂੰ ਧੋਖੇ ਵਿੱਚ ਰੱਖਦਾ ਹੈ। ਮਨ ਹੀ ਸਾਨੂੰ ਉਲਝਾ ਦਿੰਦਾ ਹੈ। ਜੀਵਨ ਸਮਝ ਨਹੀਂ ਆਉਂਦਾ ਸਾਨੂੰ। ਆਪਣੀ ਹੀ ਵਸਤੂ ਜਿਸ ਨੂੰ ਮੈਂ ਆਪ ਸਮਝਦਾ ਹਾਂ ਮੇਰੇ ਤੋਂ ਬੇਕਾਬੂ ਹੈ ਔਰ ਸੋਚਦਾ ਮੈਂ ਇਹੀ ਹਾਂ ਕਿ ਮੇਰੇ ਕਾਬੂ ਵਿੱਚ ਹੈ। ਆਓ ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹਦੇ, ਫਿਰ ਅਸੀਂ ਇਹਦੀ ਵਿਚਾਰ ਵਿੱਚ ਉਤਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਰਤਨ ਲਹੈ ਲਿਵ ਲਾਏ, ਗੁਰਮੁਖ ਪਰਖੈ ਰਤਨ ਸੁਭਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤਿਆਏ, ਗੁਰਮੁਖ ਅਲਖ ਲਖਾਏ ਤਿਸ ਭਾਵੈ, ਨਾਨਕ ਗੁਰਮੁਖ ਚੋਟ ਨਾ ਖਾਵੈ। ਵਾਹਿਗੁਰੂ ਜੀ, ਨਾਨਕ ਗੁਰਮੁਖ ਚੋਟ ਨਾ ਖਾਵੇ। ਅਸੀਂ ਚੋਟ ਤਾਂ ਰੋਜ਼ ਖਾਂਦੇ ਹਾਂ। ਚੋਟ ਖਾਣ ਦਾ ਕਾਰਨ ਕੀ ਹੈ? ਮਨ ਜਦੋਂ ਉਮੀਦ ਦੇ ਵਿੱਚ, ਐਕਸਪੈਕਟੇਸ਼ਨ ਦੇ ਵਿੱਚ ਰਹਿੰਦਾ ਹੈ ਔਰ ਜੀਵਨ ਵਿੱਚ ਇੱਕ ਉਮੀਦ ਨਾਲ ਉਤਰਦਾ ਹੈ ਔਰ ਜੋ ਉਮੀਦ ਮਨ ਕਰਦਾ ਹੈ ਉਹ ਉੱਥੇ ਹੈ ਨਹੀਂ, ਤਾਂ ਇਹ ਚੋਟ ਖਾਣ ਦਾ ਕਾਰਨ ਬਣ ਜਾਂਦਾ ਹੈ। ਅਸੀਂ ਜੀਵਨ ਦੇ ਅਸਲ ਨੇਚਰ ਨੂੰ ਨਹੀਂ ਜਾਣ ਪਾਉਂਦੇ, ਜਾਂ ਜਾਣਦੇ ਵੀ ਹਾਂ ਤਾਂ ਉਹ ਪੂਰੇ ਮਨ ਨੂੰ ਕਾਬੂ ਨਹੀਂ ਕਰ ਪਾਉਂਦਾ। ਮਨ ਇੱਕ ਭਟਕੀ ਵਸਤੂ ਹੈ ਜਿਹੜੀ ਕੁਝ ਲੱਭ ਰਹੀ ਹੈ। ਕੀ ਲੱਭ ਰਹੀ ਹੈ? ਮੇਰਾ ਮਨ ਕੀ ਲੱਭ ਰਿਹਾ ਹੈ? ਕਿਸ ਚੀਜ਼ ਤੋਂ ਭਟਕਣ ਹੈ? ਭਟਕਣ ਦਾ ਮਤਲਬ ਭ੍ਰਮਣ ਹੈ, ਮੂਵਮੈਂਟ ਹੈ, ਇਨਸਟੇਬਿਲਿਟੀ ਹੈ। ਮੇਰਾ ਮਨ ਕੁਝ ਲੱਭ ਰਿਹਾ ਹੈ ਔਰ ਮੈਂ ਉਸ ਮਨ ਨਾਲ ਜੁੜ ਕੇ ਵਿਆਕੁਲ ਹੋ ਕੇ ਚੋਇਸਿਸ ਲੈਂਦਾ ਹਾਂ ਜੀਵਨ ਵਿੱਚ। ਮੈਂ ਉਸ ਮਨ ਨੂੰ ਜੋੜਦਾ ਹਾਂ, ਕਾਰਜ ਨਾਲ ਜੋੜਦਾ ਹਾਂ, ਪਰਿਵਾਰ ਨਾਲ ਜੋੜਦਾ ਹਾਂ, ਮਿੱਤਰਾਂ ਨਾਲ ਜੋੜਦਾ ਹਾਂ, ਸੁਸਾਇਟੀ ਦੇ ਨਾਲ ਜੋੜਦਾ ਹਾਂ, ਹੋਰ ਅਨੇਕਾਂ ਐਫਰਟਸ ਕਰਦਾ। ਮਨ ਵੀ ਵਿਆਕੁਲ ਹੋ ਕੇ ਲੱਭਦਾ ਹੈ, ਮੈਂ ਮਨ ਦੇ ਰੂਪ ਵਿੱਚ ਹੋ ਕੇ ਵਿਆਕੁਲ ਹੋ ਕੇ ਲੱਭਦਾ ਹਾਂ। ਕੁਝ ਗੁੰਮ ਗਿਆ ਲੱਗਦਾ ਹੈ, ਕੁਝ ਗਵਾਚ ਗਿਆ ਹੈ। ਜਿਵੇਂ ਅਧੂਰਾਪਨ ਹੈ ਜੀਵਨ ਵਿੱਚ ਕਿਸੇ ਕਾਰਨ ਕਰਕੇ। ਇਹ ਅਧੂਰਾਪਨ ਕਿਸ ਕਰਕੇ ਹੈ? ਇਨਕੰਪਲੀਟਨੈਸ ਕਿਸ ਗੱਲ ਦੀ ਹੈ? ਮੇਰੇ ਕੋਲ ਕੁਝ ਚੀਜ਼ ਹੋਏ, ਕੁਝ ਵਸਤੂ ਹੋਏ, ਮੈਂ ਕਿਸੇ ਮੀਟਿੰਗ ਵਿੱਚ ਜਾਵਾਂ ਉਹਨੂੰ ਲੈ ਕੇ ਔਰ ਉਹ ਬਟੂਆ ਮੇਰੇ ਤੋਂ ਉੱਥੇ ਰਹਿ ਜਾਏ, ਵਾਪਸ ਆ ਕੇ ਮੇਰੇ ਧਿਆਨ ਵਿੱਚ ਰਹੇਗਾ ਕੁਝ ਰਹਿ ਗਿਆ, ਕੁਝ ਛੱਡ ਆਇਆ ਹਾਂ। ਇਸੇ ਤਰ੍ਹਾਂ ਜੀਵਨ ਵਿੱਚ ਵੀ ਸਾਡੇ ਕੋਲ ਕੁਝ ਇੱਕ ਵਸਤੂ ਹੈ ਜਿਹੜੀ ਅਸੀਂ ਛੱਡ ਆਏ ਹਾਂ, ਕਿਧਰੇ ਭੁੱਲ ਆਏ ਹਾਂ। ਕਾਰਨ ਕੀ ਹੈ ਭੁੱਲਣ ਦਾ? ਇਹ ਵਿਚਾਰਨਾ ਬਣਦਾ ਹੈ। ਕਿੱਥੇ ਰਹਿ ਗਈ ਹੈ? ਇਹ ਵਿਚਾਰਨਾ ਬਣਦਾ ਹੈ। ਬਾਣੀ ਵਿੱਚ ਸਾਨੂੰ ਗੁਰੂ ਅਮਰਦਾਸ ਜੀ ਸੁਣਾਉਂਦੇ ਹਨ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਸਾਏ।
ਇਹ ਜਿਹੜੀ ਵਸਤੂ ਛੁੱਟ ਗਈ ਹੈ ਮੇਰੇ ਤੋਂ, ਇਹਨੂੰ ਸਾਹਿਬ ਨੇ ਲਿਵ ਕਿਹਾ ਹੈ। ਇਹ ਜਿਹੜੀ ਵਸਤੂ ਮੇਰੇ ਤੋਂ ਛੁੱਟ ਗਈ ਹੈ, ਸਾਹਿਬ ਨੇ ਇਸ ਨੂੰ ਲਿਵ ਕਿਹਾ ਹੈ। ਲਿਵ ਦਾ ਅਰਥ ਸਿੱਧੇ ਤਰੀਕੇ ਜੁੜਨਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਕਿਧਰੇ ਛੁੱਟ ਗਈ ਹੈ। ਇਹ ਲਿਵ ਮੈਨੂੰ ਯਾਨੀ ਤ੍ਰਿਪਤ ਕਰਦੀ ਸੀ, ਯਾਨੀ ਇਹ ਲਿਵ ਦੇ ਹੁੰਦੇ ਤ੍ਰਿਸ਼ਨਾ ਨਹੀਂ ਮੈਨੂੰ ਵਿਆਕੁਲ ਕਰਦੀ ਸੀ। ਕਿਉਂਕਿ ਸਾਹਿਬ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਇਲੂਜ਼ਨ ਦੇ ਵਿੱਚ ਮੈਂ ਨਹੀਂ ਰਹਿੰਦਾ ਸੀ। ਫਿਰ ਇਹ ਲਿਵ ਇਹੋ ਜਿਹੀ ਕਿਹੋ ਜਿਹੀ ਵਸਤੂ ਹੈ ਜਿਹਦੇ ਵਿੱਚ ਮੈਨੂੰ ਕੁਛ ਵੀ ਭਟਕਣ ਦੇ ਰੂਪ ਵਿੱਚ ਕੁਛ ਵੀ ਨਹੀਂ ਦਿਖਦਾ ਸੀ। ਕੀ ਮੇਰੇ ਮਨ ਦੀ ਕੰਡੀਸ਼ਨ ਕੀ ਸੀ? ਮੇਰਾ ਮਨ ਕਿਸ ਅਵਸਥਾ ਵਿੱਚ ਸੀ ਕਿ ਇਹਨੂੰ ਤ੍ਰਿਸ਼ਨਾ ਨਹੀਂ ਵਿਆਕੁਲ ਕਰਦੀ ਸੀ? ਸਾਹਿਬ ਕਹਿੰਦੇ ਨੇ ਰੋਵੇ ਰਤਨ ਗਵਾਏ ਕੇ, ਮਾਇਆ ਮੋਹ ਅਨੇਰ ਗੁਬਾਰਾ। ਕੋਈ ਰਤਨ ਵੀ ਗੁੰਮ ਗਿਆ ਹੈ ਲੱਗਦਾ ਹੈ। ਇਹ ਲਿਵ ਨੂੰ ਵੀ ਰਤਨ ਕਹਿ ਰਹੇ ਹਨ। ਗੁੰਮ ਗਿਆ ਹੈ ਕਿਧਰੇ, ਮੇਰੇ ਕੋਲ ਹੀ ਸੀ, ਮੈਂ ਜੁੜਿਆ ਸੀ, ਟੁੱਟ ਗਿਆ। ਕਿਸ ਕਾਰਨ ਕਰਕੇ ਟੁੱਟ ਗਿਆ? ਦੁਨੀਆ ਵਿੱਚ ਚੇਂਜ, ਬਦਲਾਵ ਇੱਕ ਮੋੜ ਦੀ ਤਰ੍ਹਾਂ ਹੈ, ਚੁਰਾਹੇ ਦੀ ਤਰ੍ਹਾਂ ਹੈ। ਅਸੀਂ ਚੁਰਾਹੇ ਤੇ ਜਾਂਦੇ ਹਾਂ, ਇੱਕ ਗਲਤ ਮੋੜ ਲੈ ਲੈਂਦੇ ਹਾਂ ਤੇ ਚੇਂਜ ਵੀ ਆ ਗਿਆ ਔਰ ਗਲਤ ਔਰ ਸਹੀ ਵੀ ਚੁਣਿਆ ਗਿਆ। ਜੀਵਨ ਦੀ ਕਿਸੇ ਇੱਕ ਚੇਂਜ ਵਿੱਚ ਸਾਨੂੰ ਇਸ ਲਿਵ ਤੋਂ ਟੁੱਟਣਾ ਪੈ ਗਿਆ। ਜਦੋਂ ਜਨਮ ਲਿਆ ਤਾਂ ਵੀ ਟੁੱਟ ਸਕਦੇ ਹਾਂ। ਇੱਕ ਬੜਾ ਵੱਡਾ ਚੇਂਜ ਹੈ। ਮਨ ਅੰਤਰਮੁਖੀ ਹੋ ਕੇ ਨਹੀਂ ਬਾਹਰਮੁਖੀ ਹੋਣਾ ਸ਼ੁਰੂ ਹੋ ਗਿਆ। ਇੰਦਰੀਆਂ ਪ੍ਰਗਟ ਹੋ ਗਈਆਂ। ਮਨ ਇੰਦਰੀਆਂ ਨਾਲ ਜੁੜ ਕੇ ਦੁਨੀਆ ਵਿੱਚ ਹੁਣ ਵਿਚਰਨ ਲਈ ਤਿਆਰ ਹੋ ਗਿਆ। ਅੰਦਰੋਂ ਟੁੱਟ ਗਿਆ, ਮਨ ਦੇ ਵਿੱਚ ਬਦਲਾਵ ਆ ਗਿਆ। ਫਿਰ ਇਹ ਲਿਵ ਦੀ, ਨਾਮ ਦੀ ਔਰ ਰਤਨ ਦੀ ਜਿਹੜੀ ਗੱਲ ਹੈ, ਇਹਦੇ ਨਾਲ ਮਨ ਕਿਸ ਅਵਸਥਾ ਵਿੱਚ ਸੀ? ਮਹਾਰਾਜ ਕਹਿੰਦੇ ਨੇ ਤੁਮਰੀ ਕਿਰਪਾ ਤੇ ਮੋਹਮਾਨ ਛੁਟੇ, ਬਿਨਸ ਜਾਏ ਪਰਮਾਈ। ਦੋ ਵਿਗਨ ਹਨ ਮੇਰੇ ਅੱਗੇ, ਮੋਹ ਤੇ ਮਾਨ। ਮੈਨੂੰ ਆਲੇ ਦੁਆਲੇ ਨਾਲ ਮੋਹ ਹੈ, ਮੈਨੂੰ ਆਪਣੇ ਉੱਤੇ ਮਾਣ ਹੈ। ਇਹ ਸਭ ਅਹੰਕਾਰ ਤੇ ਆਧਾਰਿਤ ਜੀਵਨ ਦੀ ਗੱਲ ਚੱਲਦੀ ਹੈ। ਮਹਾਰਾਜ ਕਹਿੰਦੇ ਨੇ ਕਿਰਪਾ ਨਾਲ, ਨਜ਼ਰ ਦੇ ਨਾਲ ਇਹ ਛੁੱਟ ਗਏ ਹਨ। ਬਿਨ ਸਜਾਏ ਪਰਮਾਈ, ਭ੍ਰਮਣ ਮੁੱਕ ਗਿਆ ਹੈ। ਯਾਨੀ ਮਨ ਹੁਣ ਥਿਰ ਹੋ ਗਿਆ ਹੈ, ਖੜਾ ਹੋ ਗਿਆ ਹੈ। ਥਿਰ ਕੌਣ ਹੁੰਦਾ ਹੈ? ਜਿਸ ਨੂੰ ਹੁਣ ਜੋ ਚਾਹੀਦਾ ਹੈ ਉਹਨੂੰ ਮਿਲ ਗਿਆ ਹੋਏ। ਹੁਣ ਮੈਨੂੰ ਕਿਧਰੇ ਬਾਹਰ ਲੱਭਣ ਦੀ ਕੁਛ ਲੋੜ ਨਹੀਂ ਪੈ ਗਈ। ਜੋ ਚੀਜ਼ ਮੇਰੀ ਗਵਾਚੀ ਸੀ ਮੈਨੂੰ ਮਿਲ ਗਈ। ਹੁਣ ਮੇਰਾ ਮਨ ਸ਼ਾਂਤ ਹੋ ਗਿਆ। ਹੁਣ ਮੈਂ ਭਰਮਣ ਵਿੱਚ ਨਹੀਂ ਜਾਂਦਾ। ਜਿਹੜੀ ਵਸਤੂ ਮੇਰੀ ਛੁੱਟ ਗਈ ਸੀ ਮੈਂ ਲੱਭ ਲਈ ਹੈ। ਹੁਣ ਮੈਂ ਆਪਣੇ ਘਰ ਨੂੰ ਜਾ ਸਕਦਾ ਹਾਂ ਸੁਖੀ ਦਾ। ਘਰ ਜਿੱਥੇ ਮੈਂ ਆਪਣੇ ਆਰਾਮ ਨਾਲ ਹਾਂ, ਜਿੱਥੇ ਮੈਂ ਸੰਤੋਖ ਔਰ ਸਹਿਜ ਵਿੱਚ ਹਾਂ, ਜਿੱਥੇ ਮੇਰੀ ਐਨਰਜੀ ਵੇਸਟ ਨਹੀਂ ਹੁੰਦੀ, ਬਾਹਰ ਮੁਖੀ ਨਹੀਂ ਜੀਵਨ ਰਹਿੰਦਾ। ਹੋਰ ਕੀ ਦਿੰਦੀ ਹੈ ਇਹ ਲਿਵ ਮੈਨੂੰ, ਮੇਰੇ ਮਨ ਨੂੰ ਹੋਰ ਕੀ ਦਿੰਦੀ ਹੈ? ਮਹਾਰਾਜ ਕਹਿੰਦੇ ਨੇ ਸਾਸ ਸਾਸ ਮਨ ਨਾਮ ਸਮਾਰੇ, ਇਹ ਵਿਸਰਾਮ ਨਿਦ ਪਾਈ। ਅਸੀਂ ਵਿਸਰਾਮ ਲੱਭਦੇ ਹਾਂ ਸਾਰੇ, ਰੈਸਟ ਮਿਲ ਜਾਏ ਕਿਧਰੇ। ਹਜ਼ੂਰ ਕਹਿੰਦੇ ਨੇ ਨਾਮ ਵਿੱਚ ਮਿਲੇਗਾ ਵੀਰ। ਤਾਂ ਇਹ ਭ੍ਰਮਣ ਮੁੱਕ ਗਿਆ, ਵਿਸਰਾਮ ਮਿਲ ਗਿਆ। ਹੋਰ ਕੀ ਮਿਲਿਆ ਮਹਾਰਾਜ? ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਕ ਬੁਲਾਈ। ਆਨੰਦ ਦਾ ਰਾਜ ਮਿਲ ਗਿਆ, ਯਾਨੀ ਆਨੰਦ ਹਾਜ਼ਰ ਹੋ ਗਿਆ ਜੀਵਨ ਵਿੱਚ। ਹੁਣ ਆਨੰਦ
ਮੇਰੇ ਰਾਜ ਦਾ ਇੱਕ ਹਿੱਸਾ ਹੋ ਗਿਆ। ਹੁਣ ਭਿਖਾਰੀ ਨਹੀਂ ਰਹਿ ਗਿਆ, ਆਨੰਦ ਮਿਲ ਗਿਆ ਹੈ ਜਿਸ ਨੂੰ ਸਾਰੀ ਦੁਨੀਆ ਲੱਭਦੀ ਹੈ, ਜਿਹਦੇ ਕਰਕੇ ਅਧੂਰਾਪਨ ਹੈ ਮਨ ਵਿੱਚ। ਜਿਹੜੀ ਲਿਵ ਛੁਟਕੀ ਸੀ, ਜਿਸ ਕਰਕੇ ਭਟਕਦਾ ਸੀ, ਉਹ ਹੁਣ ਆਨੰਦ ਦੇ ਰੂਪ ਵਿੱਚ, ਵਿਸਰਾਮ ਦੇ ਰੂਪ ਵਿੱਚ, ਸਥਿਰਤਾ ਦੇ ਰੂਪ ਵਿੱਚ ਮਨ ਵਿੱਚ ਹਾਜ਼ਰ ਹੋ ਕੇ ਮੈਨੂੰ ਪ੍ਰਾਪਤ ਹੋ ਗਿਆ, ਰਾਜ ਮਿਲ ਗਿਆ। ਸਾਹਿਬ ਕਹਿੰਦੇ ਹਨ, ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਕ ਬੁਲਾਈ। ਫਿਰ ਇੱਕ ਗੱਲ ਇਹਦੇ ਨਾਲ ਹੋਰ ਹੁੰਦੀ ਹੈ, ਮਨ ਤ੍ਰਿਪਤ ਹੋ ਗਿਆ, ਸੈਟਿਸਫਾਈਡ ਹੋ ਗਿਆ, ਕੰਪਲੀਟ ਹੋ ਗਿਆ। ਹੁਣ ਮਨ ਨੂੰ ਜੋ ਕੁਝ ਵੀ ਚਾਹੀਦਾ ਹੈ, ਸਕੂਨ, ਆਰਾਮ, ਆਨੰਦ, ਉਹ ਇਸ ਤਰ੍ਹਾਂ ਪ੍ਰਗਟ ਹੋ ਗਿਆ ਕਿ ਹੁਣ ਉਸ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਹੁਣ ਮਨ ਵਿਆਕੁਲ ਨਹੀਂ ਹੈ, ਮਨ ਸਹਿਜ ਵਿੱਚ ਆ ਗਿਆ ਹੈ। ਇਸ ਨੂੰ ਹਜ਼ੂਰ ਨੇ ਰਤਨ ਕਿਹਾ ਹੈ। ਇਹ ਕਿੱਥੋਂ ਮਿਲਦਾ ਹੈ? ਇਹ ਸਾਨੂੰ ਪਿਛਲੀ ਬਾਣੀ ਵਿੱਚ ਸਾਹਿਬ ਦੱਸ ਚੁੱਕੇ ਹਨ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਗੁਰੂ ਬਖਸ਼ਦਾ ਹੈ ਸਾਨੂੰ। ਜੇ ਅਸੀਂ ਸੱਚੇ ਦਿਲੋਂ ਨਾਲ ਗੁਰੂ ਨੂੰ ਲੱਭਾਂਗੇ ਤਾਂ ਗੁਰੂ ਬਖਸ਼ੇਗਾ ਸਾਨੂੰ। ਇਹ ਨਾਨਕ ਨਾਮ ਰਤੇ ਸਦਾ ਸੁਖ ਹੋਏ। ਨਾਮ ਨਾਲ ਜੁੜ ਗਿਆ। ਜਿਹੜੀ ਉਮੀਦਾਂ ਨਾਲ ਦੁਨੀਆ ਵਿੱਚ ਰੋਜ਼ ਜਾਂਦਾ ਸੀ, ਉਹ ਛੁੱਟ ਗਈਆਂ। ਮਨ ਨੂੰ ਕਿੱਥੇ ਲਗਾਉਣਾ ਹੈ ਇਹ ਸਮਝ ਆ ਗਿਆ। ਉਹਨਾਂ ਉਮੀਦਾਂ ਕਰਕੇ ਫਿਰ ਚੋਟ ਵੀ ਖਾਂਦਾ। ਨਾ ਤਾਂ ਹੁਣ ਚੋਟ ਖਾਏਗਾ, ਕਿਉਂਕਿ ਉਹਦੇ ਮਨ ਵਿੱਚ ਹੀ ਪ੍ਰਗਟ ਹੋ ਗਿਆ ਜੋ ਉਹਨੂੰ ਚਾਹੀਦਾ ਹੈ। ਇੱਕ ਬੜੀ ਅਚਰਜ ਅਵਸਥਾ ਦੀ ਗੱਲ ਸਾਹਿਬ ਦੱਸਦੇ ਹਨ ਸਾਨੂੰ। ਇਸ ਨੂੰ ਫਿਰ ਰਤਨ ਕਿਹਾ ਹੈ। ਇਸ ਪਦੇ ਵਿੱਚ ਪਹਿਲੀ ਪੰਕਤੀ ਇਸ ਰਤਨ ਦੀ ਹੀ ਗੱਲ ਕਹਿ ਰਹੀ ਹੈ। ਗੁਰਮੁਖ ਰਤਨ ਲਹੇ ਲਿਵ ਲਾਏ। ਜਿੱਥੋਂ ਟੁੱਟਿਆ ਸੀ ਉੱਥੇ ਜੁੜ ਗਿਆ ਹੈ। ਮਨ ਦੇ ਵਿੱਚ ਇੱਕ ਰਤਨ ਦੀ ਧਰਤੀ, ਇੱਕ ਅਨਮੋਲ ਧਰਤੀ। ਰਤਨ ਤਾਂ ਸਾਨੂੰ ਸਾਰਿਆਂ ਨੂੰ ਜੀਵਨ ਵਿੱਚ ਪਿਆਰੇ ਹਨ। ਕਿਸੇ ਨੇ ਸਾਨੂੰ ਰਤਨ ਬਖਸ਼ਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਨਗੀਨਾ ਘਾਟ ਦੀ, ਹੀਰਾ ਘਾਟ ਦੀ, ਹਜ਼ੂਰ ਸਾਹਿਬ ਨੰਦੇੜ ਦੀ ਗੱਲ ਇੱਕ ਕਥਾ ਰੂਪ ਵਿੱਚ ਹੈ। ਸਾਹਿਬ ਨੂੰ ਕਿਸੇ ਨੇ ਨਗੀਨਾ ਬਖਸ਼ਿਆ ਹੈ। ਹਜੂਰ ਨਦੀ ਵਿੱਚ ਸਿੱਟ ਦਿੰਦੇ ਹਨ। ਗੋਦਾਵਰੀ ਦੇ ਕੰਢੇ ਤੇ 10ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਆਪਣਾ ਪੁਰਾਤਨ ਸਥਾਨ ਪ੍ਰਗਟ ਕੀਤਾ ਹੈ। 9 ਨੰਦ ਡੇਰਾ, ਇਹ ਨਾਂਦੇੜ ਦਾ ਪੁਰਾਤਨ ਨਾਮ ਹੈ। 9 ਰਿਸ਼ੀਆਂ ਦਾ ਇੱਥੇ ਵਾਸ ਸੀ ਪਹਿਲਾਂ। 9 ਨੰਦ ਡੇਰਾ ਸਾਹਿਬ ਨੇ ਸਿੱਟ ਦਿੱਤਾ ਹੈ ਨਦੀ ਵਿੱਚ। ਕੁਝ ਸਿਖਾਉਣਾ ਚਾਹੁੰਦੇ ਹਨ। ਜੀਵਨ ਦੇ ਵਿੱਚ ਰਤਨ ਕੁਝ ਸਮੇਂ ਵਿੱਚ ਵਸਦੇ ਹਨ। ਅਸਲ ਰਤਨ ਸਦਾ ਲਈ ਹੈ। ਜੀਵਨ ਦਾ ਅਸਲ ਰਤਨ ਅੰਤਰ ਮਨ ਵਿੱਚ ਹਾਜ਼ਰ ਹੈ। ਬਾਹਰਲੇ ਰਤਨ ਇੱਕ ਖਿਡੌਣਾ ਨੇ, ਸਮੇਂ ਵਿੱਚ ਆਏ ਔਰ ਸਮੇਂ ਵਿੱਚ ਹੀ ਚਲੇ ਜਾਣਗੇ। ਜੀਵਨ ਦਾ ਦੁੱਖ ਸੁੱਖ ਤੇ ਜੋ ਭਾਗਾਂ ਵਿੱਚ ਲਿਖਿਆ ਹੈ ਉਹ ਸਾਨੂੰ ਪ੍ਰਗਟ ਹੋਣਾ ਹੈ। ਬਟ ਵੱਡੇ ਭਾਗ ਸਾਡੇ ਸਾਰਿਆਂ ਦੇ ਇਸ ਰਤਨ ਨੂੰ ਪ੍ਰਗਟ ਕਰਨ ਦੇ ਹਨ। ਜੇ ਅਸੀਂ ਇਸ ਵੱਲ ਮੂੰਹ ਕਰੀਏ ਤਾਂ ਗੁਰਮੁਖ ਬਣਨ ਦੇ ਗਿਆਨ ਵੱਲ ਟੁਰ ਸਕਦੇ ਹਾਂ। ਇੱਕ ਮਨ ਹੀ ਹੈ ਮੇਰੇ ਕੋਲ ਜਿਹੜਾ ਮੈਨੂੰ ਭਟਕਾਉਂਦਾ ਹੈ, ਪਰੇਸ਼ਾਨ ਕਰਦਾ ਹੈ। ਐਸੇ ਨੂੰ ਮੈਂ ਤਿਆਗਣਾ ਹੈ। ਇੱਕ ਇਹੋ ਜਿਹੇ ਰਤਨ ਵਾਸਤੇ ਜਿਹੜਾ ਸਦਾ ਵਿਕਾਸ ਦੀ ਗੱਲ ਮੇਰੇ ਮਨ ਵਿੱਚ ਲੈ ਕੇ ਆਉਂਦਾ ਹੈ। ਇੱਕ ਕਮਲ ਦੀ ਤਰ੍ਹਾਂ ਜੋ ਖਿੜਿਆ ਹੋਏ, ਜਿਹੜਾ ਇਸ ਗਿਆਨ ਵਿੱਚ ਖਿੜ ਜਾਏ, ਸੂਰਜ ਰੂਪੀ ਇਸ ਗਿਆਨ ਦੀ ਜੋਤ ਵਿੱਚ ਖਿੜ ਜਾਏ, ਜਿਹਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਭੇਦ ਖੁੱਲ੍ਹ ਜਾਏ। ਇਸ ਗਿਆਨ ਨੂੰ ਮੈਂ ਜਪ ਕੇ ਨਿਰੰਕਾਰ ਨੂੰ ਜਾਣ ਸਕਦਾ ਹਾਂ। ਸਾਹਿਬ ਕਹਿੰਦੇ ਹਨ ਬਾਣੀ ਵਿੱਚ, ਐਸਾ ਗਿਆਨ ਜਪੋ ਮਨ ਮੇਰੇ, ਹੋਏ ਚਾਕਰ ਸਾਹਿਬ ਘੇਰੇ।
ਚਾਕਰੀ ਤਾਂ ਸਾਰੇ ਕਰਦੇ ਹਾਂ ਅਸੀਂ। ਉਹਦੀ ਚਾਕਰੀ ਕਰਨਾ ਰਾਜ ਲੈਣ ਦੇ ਬਰਾਬਰ ਹੈ, ਜਿਹਦੇ ਵਿੱਚ ਵਿਸਰਾਮ ਮਿਲੇਗਾ, ਭ੍ਰਮਣ ਮੁੱਕ ਜਾਏਗਾ, ਆਨੰਦ ਹਾਜ਼ਰ ਹੋ ਜਾਏਗਾ, ਤ੍ਰਿਪਤ ਹੋ ਜਾਏਗਾ ਮਨ। ਇਨਕੰਪਲੀਟਨੈਸ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰਦੀ ਹੈ। ਅਸੀਂ ਕਿਸੇ ਪਾਸੇ ਨੂੰ ਜਾਣਾ ਹੋਏ, ਰਸਤੇ ਵਿੱਚ ਗੱਡੀ ਪੰਚਰ ਹੋ ਜਾਏ, ਪਰੇਸ਼ਾਨ ਹੋ ਜਾਂਦੇ ਹਾਂ। ਥਾਟ ਅਧੂਰੀ ਰਹਿ ਰਹੀ ਹੈ, ਪਹੁੰਚ ਨਹੀਂ ਪਾ ਰਹੇ, ਵਿਆਕੁਲ ਪਰੇਸ਼ਾਨ ਹਾਂ। ਵੰਡ ਪੈ ਗਈ ਧਰਤੀਆਂ ਦੇ ਵਿੱਚ, ਮਨ ਵੀ ਵੰਡਿਆ ਗਿਆ, ਮਨ ਵੀ ਪਰੇਸ਼ਾਨੀਆਂ ਦੇ ਵਿੱਚ ਵੰਡਿਆ ਗਿਆ। ਜੁੜਿਆ ਕਿਸ ਨਾਲ? ਲਿਵ ਨਾਲ ਜੁੜ ਕੇ ਇਹ ਵੰਡਾਂ ਖਤਮ ਹੋ ਜਾਣਗੀਆਂ। ਮਹਾਰਾਜ ਕਹਿੰਦੇ ਹਨ, ਜਿਹੜੀ ਉਹ ਵਸਤੂ ਟੁੱਟੀ ਸੀ, ਜਿਸ ਤੋਂ ਵਿਛੜਿਆ ਸੀ, ਮਿਲ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕੀ ਪਤਾ ਹਾਜ਼ਰ ਨਾਜ਼ਰ ਸ਼ਕਤੀ ਉਹਨਾਂ ਦੀ ਪ੍ਰਗਟ ਹੋ ਜਾਏ ਜੀਵਨ ਵਿੱਚ। ਜੁੜੇ ਮਨ ਵਿੱਚ ਸਭ ਪੋਸੀਬਲ ਹੈ, ਖਿੰਡਾਏ ਹੋਏ ਮਨ ਵਿੱਚ ਕੁਝ ਵੀ ਪੋਸੀਬਲ ਨਹੀਂ ਹੈ। ਇੱਕ ਆਂਤ, ਇੱਕ ਵਿੱਚ ਹਾਜ਼ਰ ਹੋ ਕੇ, ਥਿਰ ਹੋ ਕੇ ਸਭ ਕੁਝ ਹਾਜ਼ਰ ਹੋ ਸਕਦਾ ਹੈ। ਇਕਾਗਰ ਹੋ ਕੇ ਸਭ ਕੁਝ ਪੋਸੀਬਲ ਹੋ ਸਕਦਾ ਹੈ। ਲਿਵ ਜੁੜਦੀ ਹੈ ਤਾਂ ਸਭ ਮਿਲ ਜਾਂਦਾ ਹੈ। ਇਕਾਂਤ ਵੀ ਮਿਲ ਜਾਂਦਾ ਹੈ, ਸਹਿਜ ਵੀ ਮਿਲ ਜਾਂਦਾ ਹੈ, ਆਨੰਦ ਵੀ ਖਿੜ ਜਾਂਦਾ ਹੈ। ਬੈਠਾ ਸੀ ਕੋਈ ਗੁਰਮੁਖ, ਬਸ ਬੈਠਣ ਦੀ ਦੇਰੀ ਸੀ, ਜੁੜ ਗਿਆ ਹੈ। ਜੀਵਨ ਦੀ ਉਸ ਧਰਤੀ ਦੇ ਆਨੰਦ ਦੀ ਬਰਖਾ ਅੰਮ੍ਰਿਤ ਦੇ ਰੂਪ ਵਿੱਚ ਮਨ ਵਿੱਚ ਉਤਰਨੀ ਸ਼ੁਰੂ ਹੋ ਗਈ ਹੈ। ਮਨ ਬਦਲੀ ਹੋ ਗਿਆ। ਸਾਰੇ ਦਿਨ ਦੀ ਉਮੀਦਾਂ ਦਾ ਝੋਟਾ ਖਾਈ ਹੈ। ਸ਼ਾਮ ਨੂੰ ਬਾਣੀ ਦੇ ਰਸਤੇ ਉਸ ਮਨ ਨੂੰ ਤ੍ਰਿਪਤ ਕਰਨ ਦੀ ਵਿਧੀ ਜਾਣ ਗਿਆ ਹੈ। ਇੱਕ ਤਰ੍ਹਾਂ ਦੀ ਹੀਲਿੰਗ ਹੋ ਰਹੀ ਹੈ। ਰੋਗ ਮਨ ਦੇ ਇਕੱਠੇ ਕੀਤੇ, ਝੋਟਾਂ ਖਾਈਆਂ, ਉਹਨਾਂ ਦੀ ਮੱਲਮ ਪੱਟੀ ਸ਼ਬਦ ਦੀ ਹਜ਼ੂਰੀ ਵਿੱਚ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਹੜੇ ਨਗੀਨੇ ਦੀ ਗੱਲ ਕਰਦੇ ਹਨ, ਕਿਹੜੇ ਹੀਰੇ ਦੀ ਗੱਲ ਕਰਦੇ ਹਨ। ਮਹਾਰਾਜ ਦਾ ਆਣਾ ਔਰ ਚਲੇ ਜਾਣਾ ਧਰਤੀ ਤੋਂ ਇੱਕ ਹਿਸਟੋਰੀਕਲ ਇਵੈਂਟ ਹੀ ਨਹੀਂ ਹੈ। ਇਹ ਉਹ ਰਿਪਲਸ ਛੱਡਦਾ ਹੈ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਛੂਹਦੇ ਹਨ। ਇਹੋ ਜਿਹੇ ਪੁਰਸ਼ ਦਾ ਆਣਾ ਫਿਰ ਕਦੇ ਜਾਂਦਾ ਨਹੀਂ ਹੈ। ਉਹ ਸਿੱਖ ਦੀ ਆਰਾਧਨਾ ਵਿੱਚ ਗੁਰੂ ਹਾਜ਼ਰ ਹੈ, ਪ੍ਰੇਮ ਨਾਲ ਆਰਾਧੇ। ਇਹ ਲਿਵ ਦੀ ਗੱਲ ਚਲਾ ਦਿੱਤੀ ਗੁਰੂ ਨਾਨਕ ਸਾਹਿਬ ਨੇ। ਅੱਜ ਸਾਨੂੰ ਇੱਕ ਨਵੇਂ ਮੋੜ ਦੇ ਵੱਲ ਟੋਰ ਰਹੇ ਹਨ। ਜਿਵੇਂ ਤਾਰ ਜੁੜ ਜਾਂਦਾ ਹੋਏ, ਜਿਵੇਂ ਰੇਡੀਓ ਦੀ ਕੋਈ ਫ੍ਰੀਕੁਐਂਸੀ ਮਿਲ ਜਾਂਦੀ ਹੋਏ, ਜਿਵੇਂ ਵਾਈਫਾਈ ਦਾ ਕੋਈ ਨੈਟਵਰਕ ਜੁੜਦਾ ਹੋਏ, ਇਵੇਂ ਮਨ ਦੀ ਲਿਵ ਜੁੜ ਜਾਂਦੀ ਹੈ ਉਸ ਅਧਿਆਤਮਕ ਸਿਖਰ ਨਾਲ ਜੋ ਹਰ ਜਗ੍ਹਾ ਤੇ ਹਾਜ਼ਰ ਹੈ, ਜਿਸ ਨੂੰ ਅਸੀਂ ਗੋਡ ਕਹਿ ਸਕਦੇ ਹਾਂ, ਨਿਰੰਕਾਰ ਕਹਿ ਸਕਦੇ ਹਾਂ। ਮਹਾਰਾਜ ਇਹਦੇ ਵਾਸਤੇ ਸਾਨੂੰ ਸ਼ਬਦ ਦਾ ਇੱਕ ਟੂਲ ਬਖਸ਼ਦੇ ਹਨ। ਔਰ ਸ਼ਬਦ ਜਦੋਂ ਸੁਰਤ ਔਰ ਸ਼ਬਦ ਜਦੋਂ ਜੁੜ ਜਾਂਦੇ ਹਨ ਤਾਂ ਮਹਾਰਾਜ ਕਹਿੰਦੇ ਹਨ ਨਾਮ ਪ੍ਰਗਟ ਹੋ ਜਾਂਦਾ ਹੈ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਇੱਕ ਅਨਮੈਪਡ ਧਰਤੀ ਵੱਲ ਦੁਨੀਆ ਟੁਰ ਪੈਂਦੀ ਹੈ। ਝੂਠ ਤਿਆਗ ਕੇ ਸੱਚ ਪ੍ਰਗਟ ਹੋ ਜਾਂਦਾ ਹੈ। ਸਾਹਿਬ ਕਿਤਨੀ ਨਿਰਾਲੀਆਂ ਗੱਲਾਂ ਸਾਡੇ ਸਾਹਮਣੇ ਕਰ ਰਹੇ ਹਨ। ਅੱਜ ਇੱਕ ਰਤਨ ਦੀ ਗੱਲ ਕਰ ਰਹੇ ਹਨ। ਕਹਿੰਦੇ ਹਨ ਗੁਰਮੁਖ
ਤੂੰ ਇੱਕ ਰਤਨ ਨੂੰ ਪਾ ਸਕਦਾ ਹੈ। ਲਿਵ ਨੂੰ ਲਗਾਏਗਾ ਤਾਂ ਇੱਕ ਰਤਨ ਮਿਲ ਜਾਏਗਾ ਜਿਹੜਾ ਫਿਰ ਤੇਰੇ ਤੋਂ ਕੋਈ ਲੈ ਨਹੀਂ ਸਕਦਾ। ਮਨ ਨੂੰ ਤ੍ਰਿਪਤ ਕਰ ਦੇਗਾ, ਆਨੰਦ ਦੇ ਦੇਗਾ, ਸ਼ਾਂਤ ਕਰ ਦੇਗਾ, ਭ੍ਰਮਣ ਮੁੱਕ ਜਾਏਗਾ ਔਰ ਰੈਸਟ ਵੀ ਮਿਲ ਜਾਏਗਾ। ਜਿਹੜੀ ਚੀਜ਼ਾਂ ਮੈਂ ਲੱਭਦਾ ਹਾਂ ਬਾਹਰ, ਉਹ ਇੱਕ ਕਮਲ ਦੇ ਰੂਪ ਵਿੱਚ ਹਾਜ਼ਰ ਹੋ ਜਾਣਗੀਆਂ ਜੀਵਨ ਵਿੱਚ। ਗੁਰੂ ਦਾ ਚਮਤਕਾਰ ਤੇ ਇਹੀ ਹੈ ਨਾ, ਜੋ ਮੇਰੇ ਕੋਲ ਸਦਾ ਸੀ ਉਹਦਾ ਮੈਨੂੰ ਗਿਆਨ ਹੋ ਗਿਆ। ਇਹ ਅਵਸਥਾ ਤੇ ਸਦਾ ਹੀ ਮੇਰੇ ਨਾਲ ਹਾਜ਼ਰ ਸੀ, ਪਰ ਮਨ ਮੈਨੂੰ ਭਟਕਾ ਰਿਹਾ ਸੀ। ਬਾਹਰ ਮੁਖੀ ਹੋ ਕੇ ਮੈਨੂੰ ਇੱਕ ਜਰਨੀ ਵੱਲ ਲਿਜਾ ਰਿਹਾ ਸੀ। ਮੈਨੂੰ ਲੱਗਦਾ ਸੀ ਮੈਂ ਬਹੁਤ ਕੁਝ ਕਰ ਰਿਹਾ ਹਾਂ, ਇਸ ਕਰਨ ਵਿੱਚ ਸਭ ਕੁਝ ਮਿਲੇਗਾ। ਪਰ ਇਹ ਧਰਤੀ ਤਾਂ ਬਿਨਾਂ ਕਿਸੇ ਕਰਨ ਨਾਲ ਹੀ, ਕਿਰਪਾ ਨਾਲ ਮਿਲ ਗਈ ਹੈ। ਜੀਵਨ ਵਿੱਚ ਕਰਦਾ ਹਾਂ ਔਰ ਕਰਕੇ ਹੀ ਪਾਉਣ ਦਾ ਯਤਨ ਕਰਦਾ ਹਾਂ। ਪਰ ਅਧਿਆਤਮ ਵਿੱਚ ਇੱਕੋ ਕਰਨ ਦੀ ਗੱਲ ਹੈ। ਮਨ ਨੂੰ ਵੇਚਣਾ, ਉਸ ਮਨ ਨੂੰ ਛੱਡ ਦੇਣਾ ਜਿਹੜਾ ਮੈਨੂੰ ਚੋਟਾਂ ਵੱਲ ਲਿਜਾਏਗਾ। ਆਪਣੇ ਹੰਕਾਰ ਨੂੰ ਤਿਆਗ ਦੇਣਾ, ਕਿਉਂਕਿ ਇਹ ਸੌਖਾ ਨਹੀਂ ਹੈ। ਸਾਹਿਬ ਨੇ ਇਸ ਲਈ ਇੱਕ ਵਿਧੀ ਦੱਸੀ ਹੈ, ਇੱਕ ਟੂਲ ਦੱਸਿਆ ਹੈ, ਸ਼ਬਦ। ਸ਼ਬਦ ਦੀ ਹਜ਼ੂਰੀ ਵਿੱਚ ਧਿਆਨ ਨਾਲ ਬੈਠਣਾ ਮਨ ਨੂੰ ਬਦਲਣ ਦੇ ਸਾਧਨ ਹਨ। ਮਨ ਫਿਰ ਘੜਨਾ ਸ਼ੁਰੂ ਹੋ ਜਾਂਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਇੱਕ ਮਿੰਟ ਦੀ ਗੱਲ ਚੱਲਦੀ ਹੈ ਜਿੱਥੇ ਸਿੱਕਾ ਘੜਿਆ ਜਾਂਦਾ ਹੈ, ਵੈਲਥ ਬਣਦੀ ਹੈ। ਜਿਵੇਂ ਅੱਜ ਰਤਨ ਦੀ ਗੱਲ ਕਰ ਰਹੇ ਹਨ, ਵੈਲਥ ਬਣਦੀ ਹੈ। ਵੈਲਥ ਤਾਂ ਹਾਜ਼ਰ ਹੀ ਹੈ। ਮਹਾਰਾਜ ਕਹਿੰਦੇ ਹਨ, ਘੜੀਏ ਸ਼ਬਦ ਸੱਚੀ ਟਕਸਾਲ। ਮਨ ਨੂੰ ਕਰਨਾ ਹੈ, ਮਨ ਨੂੰ ਨਿਰਮਲ ਕਰਨਾ ਹੈ ਔਰ ਸ਼ਬਦ ਦੇ ਵਿੱਚ ਹਾਜ਼ਰ ਕਰਨਾ ਹੈ। ਮਹਾਰਾਜ ਕਹਿੰਦੇ ਹਨ ਇਹ ਨਜ਼ਰ ਦੇ ਜ਼ਰੀਏ ਮਿਲੇਗਾ, ਪਰ ਮੈਨੂੰ ਐਫਰਟ ਕਰਨਾ ਹੋਏਗਾ, ਇਹਦੇ ਵੱਲ ਮੂੰਹ ਕਰਨਾ ਹੋਏਗਾ। ਜਿੱਥੋਂ ਟੁੱਟਿਆ ਹਾਂ ਉਹਦੇ ਨਾਲ ਜੁੜ ਜਾਵਾਂਗਾ, ਬਦਲੀ ਹੋ ਜਾਏਗਾ ਸਭ ਕੁਝ ਜੀਵਨ ਦਾ। ਨਿਰਾਸ਼ਤਾ, ਚੋਟ, ਦੁੱਖ, ਲੌਸ, ਇਹ ਸਭ ਚਲੇ ਜਾਣਗੇ। ਇੱਕ ਨਵੇਂ ਸ਼ਹਿਰ ਦੀ ਗੱਲ ਚੱਲਦੀ ਹੈ ਜਿਹੜਾ ਸ਼ਬਦ ਦੇ ਰਾਹੀਂ ਮੈਨੂੰ ਮਿਲਦਾ ਹੈ। ਆਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੇਖੁ ਜਾਈ। ਮੈਨੂੰ ਕਿਉਂ ਨਹੀਂ ਮਿਲਦਾ ਮਹਾਰਾਜ? ਆਪ ਤਾਂ ਇਤਨੇ ਸੌਖੇ ਇਸ ਗੱਲ ਦੀ ਵਿਚਾਰ ਕਰਦੇ ਹੋ। ਮੈਨੂੰ ਤਾਂ ਰੋਜ਼ ਹੀ ਦੁੱਖ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ ਕੌਣ ਸਮਝ ਸਕਦਾ ਹੈ ਇਸ ਗੱਲ ਨੂੰ? ਕਹਿੰਦੇ ਨੇ ਪਰਖਣਾ ਚਾਹੀਦਾ ਹੈ ਜੀਵਨ। ਜੀਵਨ ਵਿੱਚ ਪਰਖ ਲਈਏ ਕਿ ਜੀਵਨ ਹੈ ਕੀ। ਜੀਵਨ ਵਿੱਚ ਜਾਣ ਲਈਏ ਅਸੀਂ ਆਨੰਦ ਨੂੰ ਨਹੀਂ ਜਾਣਦੇ, ਪਰ ਦੁੱਖ ਨੂੰ ਜਾਣਦੇ ਹਾਂ। ਦੁੱਖ ਤੋਂ ਹੀ ਜੀਵਨ ਸਮਝਣਾ ਸ਼ੁਰੂ ਕਰ ਸਕਦੇ ਹਾਂ। ਪਰਖ ਸਕਦੇ ਹਾਂ ਕਿ ਇੱਥੇ ਮੈਂ ਗਿਆ, ਮੈਨੂੰ ਦੁੱਖ ਹੀ ਮਿਲਿਆ, ਪਰ ਗਲਤੀ ਮੇਰੀ ਹੈ। ਇੱਕ ਵਾਰ, ਦੋ ਵਾਰ, ਤਿੰਨ ਵਾਰ ਸੰਸਕਾਰ ਇਤਨੇ ਕਾਬੂ ਹਨ ਮਨ ਤੇ ਕਿ ਮੈਂ ਬਾਰ-ਬਾਰ ਉਸੇ ਮਾਰਗ ਤੇ ਜਾਂਦਾ ਹਾਂ, ਉਹੀ ਚੋਟਾਂ ਖਾਂਦਾ ਹਾਂ ਔਰ ਫਿਰ ਵੀ ਜਾਂਦਾ ਰਹਿੰਦਾ ਹਾਂ। ਇਹਨੂੰ ਸੰਸਕਾਰ ਕਹਿੰਦੇ ਹਨ। ਇੱਕ ਰਸਤਾ ਇੰਨਾ ਫੈਮਿਲੀਅਰ ਹੋ ਗਿਆ ਹੈ
ਕਿ ਦੋਜਕ ਵੱਲ ਵੀ ਜਾਂਦਾ ਹੈ ਤਾਂ ਵੀ ਮੈਂ ਉਸੇ ਵਿੱਚ ਹੀ ਟੁਰਦਾ ਰਹਿੰਦਾ ਹਾਂ। शायर ने कहा है, फिरदौस में दोजक को मिला ले यारब, सैर करने को कुछ जगह और ही सही। यही मेरा हाल है। मन दे विच फिरदौस है, जन्नत है, आनंद है, पर मेरे कर्म, मेरा मन मैनू बार बार दोजक वल, नरक वल, दुख वल, वंडा वल, विवाद वल ਲੈ ਜਾਂਦਾ ਹੈ। ਸਾਹਿਬ ਕਹਿੰਦੇ ਨੇ ਪਰਖ ਲਈਏ ਜੀਵਨ ਨੂੰ। ਗੁਰਮੁਖ ਉਹ ਹੈ ਜਿਹੜਾ ਜੀਵਨ ਨੂੰ ਅਬਜ਼ਰਵ ਕਰਦਾ ਹੈ ਕਿ ਕੀ ਹੈ ਜੀਵਨ। ਇੱਕ ਵਸਤੂ ਨੂੰ ਜਾਣ ਲਵਾਂਗੇ ਪੂਰੀ ਤਰ੍ਹਾਂ ਤਾਂ ਹੀ ਉਸ ਦੇ ਅੰਤਰ ਵਿੱਚ ਉਤਰਨ ਦੀ ਐਬਿਲਿਟੀ ਆਏਗੀ ਸਾਨੂੰ। ਅੱਜ ਇੱਕ ਮਾਈਕਰੋਫੋਨ ਮਿਲਦਾ ਹੈ, ਉਹਦੇ ਨਾਲ 10 ਪੇਜ ਦੀ ਕਿਤਾਬ ਮਿਲ ਜਾਂਦੀ ਹੈ। ਉਹਨੂੰ ਪੜ੍ਹੇ ਬਿਨਾ ਉਸ ਨੂੰ ਨਹੀਂ ਵਰਤਿਆ ਜਾ ਸਕਦਾ। ਜੀਵਨ ਤਾਂ ਬਹੁਤ ਗਹਿਨ ਐਕਸਪੀਰੀਅੰਸ ਹੈ, ਇਹਦੇ ਵਿੱਚ ਕਿਹੜੀ ਕਿਤਾਬ ਹੋਏਗੀ। ਇੱਕ ਭਾਵ ਨਾਲ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਹਾਜ਼ਰ ਹਨ, ਸ਼ਬਦ ਰੂਪ ਵਿੱਚ ਸਾਨੂੰ ਗਿਆਨ ਦੇ ਰਹੇ ਹਨ। ਇੱਕ ਭਾਵ ਨਾਲ ਮਨ ਵੀ ਇੱਕ ਕਿਤਾਬ ਹੈ, ਮਨ ਵੀ ਸਿਖਾਉਂਦਾ ਹੈ ਸਾਨੂੰ। ਅਸੀਂ ਦੁੱਖ ਨੂੰ ਅਵੋਇਡ ਨਾ ਕਰੀਏ ਤਾਂ ਹੁੰਦਾ ਕੀ ਹੈ ਕਿ ਜਦੋਂ ਦੁੱਖ ਸਾਡੇ ਘਰ ਆਉਂਦਾ ਹੈ ਸਿਖਾਉਣ, ਤਾਂ ਅਸੀਂ ਡਿਸਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਆਪਣੇ ਆਪ ਨੂੰ। ਉਹਨੂੰ ਪੂਰੀ ਤਰ੍ਹਾਂ ਮਹਿਸੂਸ ਨਹੀਂ ਕਰਦੇ ਕਿ ਦੁੱਖ ਆਇਆ ਹੈ, ਸਾਡਾ ਟੀਚਰ ਹੈ। ਇਹ ਦੁੱਖ ਦਾਰੂ ਬਣ ਸਕਦਾ ਹੈ, ਦਵਾ ਬਣ ਸਕਦਾ ਹੈ, ਇਹ ਸਾਡੀ ਹੀਲਿੰਗ ਕਰ ਸਕਦਾ ਹੈ, ਇਹ ਸਾਨੂੰ ਸਹੀ ਰਾਹ ਵੱਲ ਦੱਸ ਸਕਦਾ ਹੈ। ਇਸ ਤਰ੍ਹਾਂ ਦੁੱਖ ਇੱਕ ਕਮਾਲ ਦਾ ਐਕਸਪੀਰੀਅੰਸ ਹੈ, ਕਿਉਂਕਿ ਇਹ ਜੀਵਨ ਦੇ ਤੱਤ ਵੱਲ ਸਾਨੂੰ ਲਿਜਾ ਸਕਦਾ ਹੈ। ਜਿਹੜੇ ਦਰਵਾਜ਼ੇ ਵਿੱਚ ਸਾਨੂੰ ਦੁੱਖ ਮਿਲਦਾ ਹੈ, ਅਸੀਂ ਮੁੜ ਉੱਥੇ ਨਾ ਜਾਈਏ ਤਾਂ ਫਿਰ ਆਨੰਦ ਨੂੰ ਪਾ ਹੀ ਲਵਾਂਗੇ, ਗਾਰੰਟੀ ਹੈ। ਕਿਉਂਕਿ ਜੀਵਨ ਵਿੱਚ ਦੁੱਖ ਦੇ ਕਾਰਨ ਬਾਹਰਮੁਖੀ ਹਨ। ਔਰ ਜਦੋਂ ਪੁਕਾਰਦਾ ਹੈ ਇਨਸਾਨ, ਜੋ ਅਸੀਂ ਪੁਕਾਰਦੇ ਹਾਂ, ਮਨ ਉਸ ਪਾਸੇ ਟੁਰਨਾ ਸ਼ੁਰੂ ਹੋ ਜਾਂਦਾ ਹੈ। ਮਨ ਇੱਕ ਬਹੁਤ ਗਹਿਨ ਐਕਸਪੀਰੀਅੰਸ ਹੈ, ਜਿਹਦੇ ਵਿੱਚ ਅਨੇਕਾਂ ਹੀ ਖਜ਼ਾਨੇ ਛਿਪੇ ਹਨ। ਔਰ ਅਗਰ ਮੈਂ ਮਨ ਦੀ ਸ਼ਕਤੀ ਨੂੰ ਕਿਸੇ ਪਾਸੇ ਨੂੰ ਆਪਣੇ ਹੰਕਾਰ ਨਾਲ ਤੋਰਦਾ ਹਾਂ ਤੇ ਉਸ ਪਾਸੇ ਟੁਰ ਜਾਂਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਦੇਰ ਸਵੇਰ ਸਾਨੂੰ ਉਹ ਵਸਤੂ ਮਿਲ ਜਾਂਦੀ ਹੈ, ਪਰ ਕੇਵਲ ਉਹ ਵਸਤੂ ਨਹੀਂ ਮਿਲੇਗੀ, ਉਹਦੇ ਨਾਲ ਉਹਦੇ ਰੈਪਰਕਸ਼ਨਸ ਵੀ ਮਿਲਣਗੇ। ਫਿਰ ਉਹਦੇ ਨਾਲ ਜੋ ਉਹਦੇ ਸੁੱਖ ਔਰ ਦੁੱਖ ਦੋਨਾਂ ਦੇ ਐਕਸਪੀਰੀਅੰਸ ਸਾਡੇ ਵਿੱਚ ਉਤਰਨਗੇ। ਤਾਂ ਅਸੀਂ ਵਸਤੂ ਵੱਲ ਤਾਂ ਸੁੱਖ ਦੀ ਉਮੀਦ ਕਰਕੇ ਗਏ ਹਾਂ, ਜਾਂ ਰਿਲੇਸ਼ਨਸ਼ਿਪ ਵੱਲ, ਜਾਂ ਅਹੁਦੇ ਵੱਲ, ਜਾਂ ਸਟੇਟਸ ਵੱਲ, ਜਾਂ ਕਿਸੇ ਵੀ ਐਕਸਪੀਰੀਅੰਸ ਵੱਲ ਅਸੀਂ ਸੁੱਖ ਹੀ ਦੇਖ ਕੇ ਉਸ ਪਾਸੇ ਨੂੰ ਜਾਂਦੇ ਹਾਂ। ਪਰ ਇਹ ਅਸੀਂ ਨਹੀਂ ਦੇਖਦੇ, ਪਰਖਦੇ ਨਹੀਂ ਕਿ ਦੁੱਖ ਨਾਲ ਆਏਗਾ। ਕਿਉਂਕਿ ਦੁੱਖ ਜਦੋਂ ਆਉਂਦਾ ਹੈ ਫਿਰ ਅਸੀਂ ਡਿਸਟਰੈਕਟ ਕਰਦੇ ਹਾਂ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਨੇ, ਗੁਰਮੁਖ ਪਰਖੇ ਰਤਨ ਸੁਭਾਏ। ਪ੍ਰੇਮ ਨਾਲ ਰਤਨ ਮਿਲ ਜਾਏਗਾ ਅਗਰ ਪਰਖ ਲਵਾਂਗੇ। ਜੀਵਨ ਨੂੰ ਪਰਖ ਕੇ ਜੀਆਂਗੇ, ਜੀਵਨ ਨੂੰ ਐਕਸਪੀਰੀਅੰਸ ਕਰਕੇ ਜੀਆਂਗੇ। ਇਸ ਕਰਕੇ ਹਜ਼ੂਰ ਨੇ ਜੀਵਨ ਨੂੰ ਤਿਆਗਣ ਦੀ ਗੱਲ ਇਸ ਤਰ੍ਹਾਂ ਨਹੀਂ ਕੀਤੀ ਕਿ ਘਰ-ਬਾਰ ਛੱਡ ਕੇ ਬਾਹਰ ਚਲੇ ਜਾਈਏ, ਕਿਉਂਕਿ ਇੱਥੋਂ ਹੀ ਸਿੱਖਾਂਗੇ ਅਸੀਂ ਕਿ ਇਹਦਾ ਸੱਤ ਕੀ ਹੈ। ਝੂਠ ਨੂੰ ਜੀਆਂਗੇ, ਝੂਠ ਤੋਂ ਦੁੱਖ ਮਿਲੇਗਾ, ਤਾਂ ਫਿਰ ਸੁੱਖ ਨੂੰ ਲੱਭਾਂਗੇ। ਝੂਠ ਤੋਂ ਦੂਰ ਚਲੇ ਜਾਵਾਂਗੇ ਤੇ ਜਾਣਾਂਗੇ ਹੀ ਨਹੀਂ ਕਿ ਇਹ ਝੂਠ ਸੀ। ਦੁੱਖ ਤੋਂ ਦੂਰ ਚਲੇ ਜਾਵਾਂਗੇ ਤੇ ਜਾਣਾਂਗੇ ਹੀ ਨਹੀਂ ਕਿ ਇਹ ਦੁੱਖ ਸੀ। ਜੀਣਾ ਪਏਗਾ, ਜੀ ਕੇ ਉਹ ਦਾਰੂ ਬਣ ਜਾਏਗਾ। ਮੈਨੂੰ ਅਨੇਕਾਂ ਹੀ ਦੁੱਖ ਆਏ ਹਨ ਜੀਵਨ ਵਿੱਚ, ਔਰ ਅੱਜ ਉਹਨਾਂ ਦੀ ਅਸਿਮੀਲੇਸ਼ਨ ਮੇਰੀ ਅੱਜ ਦੀ ਹੋਂਦ ਕਰਕੇ
ਜਿੱਥੇ ਮੈਂ ਖੜਾ ਹਾਂ ਜੀਵਨ ਵਿੱਚ, ਉਹਨਾਂ ਦੁੱਖਾਂ ਔਰ ਸੁੱਖਾਂ ਦੇ ਕਾਰਨ ਕਰਕੇ ਹੀ ਹੈ। ਮੈਂ ਆਪਣਾ ਅਗਲਾ ਰਸਤਾ ਉਹਨਾਂ ਤੋਂ ਹੀ ਸਮਝ ਕੇ ਜੀਆ ਹਾਂ। ਮਹਾਰਾਜ ਕਹਿੰਦੇ ਨੇ ਪਰਖ ਲਈਏ। ਗੁਰਮੁਖ ਪਰਖੇ ਰਤਨ ਸੁਭਾਏ। ਇੱਕ ਰਤਨ ਮਿਲ ਗਿਆ ਹੈ, ਸੁਭਾਏ, ਸੌਖੇ ਤਰੀਕੇ, ਪ੍ਰੇਮ ਨਾਲ। ਕਿਉਂਕਿ ਇਹ ਵੀ ਇੱਕ ਚਮਤਕਾਰ ਹੈ ਜੀਵਨ ਦਾ ਕਿ ਪ੍ਰੇਮ, ਨਾਮ, ਹੁਕਮ, ਸ਼ਬਦ, ਲਿਵ, ਇਹ ਬਹੁਤਾ ਦੂਰ ਨਹੀਂ ਹੈ ਸਾਡੇ ਤੋਂ। ਸਾਨੂੰ ਲੱਗਦਾ ਹੈ ਦੂਰ ਹੈ। ਸਾਨੂੰ ਆਪਣੇ ਆਪ ਨੂੰ ਅਭਾਗਾ ਕਹਿੰਦੇ ਅੱਛਾ ਲੱਗਦਾ ਹੈ, ਪਰ ਜਿਤਨੇ ਭਾਗਵਾਨ ਇਨਸਾਨੀ ਜੀਵਨ ਹੈ ਸ਼ਾਇਦ ਕੋਈ ਹੋਰ ਨਹੀਂ ਹੈ। ਬਾਣੀ ਇਹ ਦੱਸਦੀ ਹੈ, ਵੱਡੇ ਭਾਗ ਹਨ ਕਹਿੰਦੇ ਹਨ। ਇਸ ਵੱਡੇ ਭਾਗ ਮੇਰੇ ਹਨ, ਇਹਨੂੰ ਕਹਿੰਦੇ ਮੈਂ ਸੰਕੋਚ ਕਰਦਾ ਹਾਂ, ਦੂਰ ਚਲਾ ਜਾਂਦਾ ਹਾਂ। ਮੈਨੂੰ ਦੁੱਖ ਨੂੰ ਆਪਣਾ ਕਹਿੰਦੇ ਦੇਰ ਨਹੀਂ ਲੱਗਦੀ, ਕਿਉਂਕਿ ਇਹ ਮੇਰਾ ਪਾਸਟ ਐਕਸਪੀਰੀਅੰਸ ਰਿਹਾ ਹੈ। ਮੈਂ ਆਪਣੇ ਆਪ ਨੂੰ ਨਿਰਾਸ਼ਤਾ ਨਾਲ ਆਇਡੈਂਟੀਫਾਈ ਕਰਨਾ ਸ਼ੁਰੂ ਕਰ ਦਿੰਦਾ ਹਾਂ, ਔਰ ਇੱਕ ਸਮਾਂ ਆਉਂਦਾ ਹੈ ਜੀਵਨ ਤੋਂ ਪੂਰਾ ਹੀ ਨਿਰਾਸ਼ ਹੋ ਜਾਂਦਾ ਹਾਂ। ਇਹ ਦੇਖਣ ਦਾ ਤਰੀਕਾ ਹੈ। ਹੰਕਾਰ ਨਾਲ ਤੇ ਇਹੀ ਬੀਤੇਗਾ ਮੇਰੇ ਤੇ, ਇਹ ਗੁਰੂ ਤੋਂ ਪਾਵਾਂਗੇ ਸਾਹਿਬ ਕਹਿੰਦੇ ਹਨ, ਪਰ ਲੱਭਣਾ ਪਏਗਾ। ਜੀਵਨ ਨੂੰ ਜੀ ਕੇ ਜੀਵਨ ਨੂੰ ਜਾਣਨਾ ਪਏਗਾ, ਪਰਖਣਾ ਪਏਗਾ। ਜੇ ਪਰਖ ਲਵਾਂਗੇ ਤੇ ਫਿਰ ਉਹ ਕਾਰ ਕਮਾ ਲਵਾਂਗਾ ਜਿਹੜੀ ਸੱਚੀ ਹੈ। ਸੱਚ ਤੋਂ ਭਾਵ ਹੈ ਸਦਾ ਹੈ, ਥਿਰ ਹੈ, ਕਦੇ ਬਦਲੇਗੀ ਨਹੀਂ। ਜੀਵਨ ਦੇ ਐਕਸਪੀਰੀਅੰਸ 'ਚੋਂ ਮੈਂ ਉਹ ਵੀ ਕਮਾ ਸਕਦਾ ਹਾਂ ਜਿਹੜਾ ਸਦਾ ਬਦਲਦਾ ਰਹਿੰਦਾ ਹੈ, ਜਿਹੜਾ ਮੇਰੇ ਤੋਂ ਆਏਗਾ ਔਰ ਫਿਰ ਜਾਂਦਾ ਰਹੇਗਾ, ਮਿਲੇਗਾ ਔਰ ਵਿਛੜਦਾ ਰਹੇਗਾ। ਹਰ ਮਿਲਣ ਵਿੱਚ ਵਿਛੋੜਾ ਲਿਖਿਆ ਹੈ, ਪਰ ਲਿਵ ਦੇ ਵਿਛੋੜਨ ਵਿੱਚ, ਲਿਵ ਦੇ ਮਿਲਣ ਵਿੱਚ ਵਿਛੋੜਾ ਨਹੀਂ ਹੈ। ਲਿਵ ਦੇ ਮਿਲਣ ਵਿੱਚ ਸਦਾ ਹੈ, ਜੋ ਦਰਅਸਲ ਮੇਰੇ ਕੋਲ ਹਾਜ਼ਰ ਹੀ ਹੈ, ਸਦਾ ਹੀ ਰਿਹਾ ਹੈ, ਸਦਾ ਹੀ ਰਹੇਗਾ। ਕੇਵਲ ਰਸਤਾ ਭੁੱਲ ਗਿਆ ਹਾਂ ਮੈਂ, ਕੇਵਲ ਮਨ ਭਟਕ ਗਿਆ ਹੈ ਕਿਧਰੇ, ਕੇਵਲ ਮਨ ਦੂਰ ਚਲਾ ਗਿਆ ਹੈ। ਮੈਂ ਆਪਣੇ ਸੱਤ ਤੋਂ ਦੂਰ ਚਲਾ ਗਿਆ ਹਾਂ। ਬਸ ਖੜੇ ਹੋਣ ਦੀ ਗੱਲ ਹੈ, ਮਨ ਨੂੰ ਖੜੇ ਕਰਨ ਦੀ ਗੱਲ ਹੈ, ਮਨ ਨੂੰ ਹਾਜ਼ਰ ਕਰਨ ਦੀ ਗੱਲ ਹੈ। ਸ਼ਬਦ ਦੇ ਨਾਲ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਫਿਰ ਮੈਂ ਉਸੇ ਲਿਵ ਨੂੰ ਲੱਭਦਾ ਹੋਇਆ ਤ੍ਰਿਸ਼ਨਾ ਵਿੱਚ ਭਟਕਦਾ ਰਹਿੰਦਾ ਹਾਂ। ਉਸੇ ਲਿਵ ਤੋਂ ਟੁੱਟ ਕੇ ਮੈਂ ਦੁਨੀਆ ਦੇ ਐਕਸਪੀਰੀਅੰਸ ਵਿੱਚ ਉਤਰਦਾ ਰਹਿੰਦਾ ਹਾਂ ਔਰ ਝੋਟਾ ਖਾਂਦਾ ਹਾਂ, ਦੁੱਖ ਖਾਂਦਾ ਹਾਂ, ਗਲਤੀਆਂ ਕਰਦਾ ਹਾਂ। ਸਾਹਿਬ ਕਹਿੰਦੇ ਨੇ ਫਿਰ ਨਾਮ ਨਾਲ ਕਦੇ ਗਲਤੀ ਨਹੀਂ ਹੋਏਗੀ, ਗਲਤ ਨਹੀਂ ਹੋ ਸਕਾਂਗੇ ਕਦੇ ਵੀ। ਪਰਫੈਕਸ਼ਨ ਦੀ ਗੱਲ ਚੱਲ ਰਹੀ ਹੈ ਜੀਵਨ ਦੀ। ਜੀਵਨ ਦੀ ਪਰਫੈਕਸ਼ਨ ਨੂੰ ਕਿਵੇਂ ਕਮਾਇਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਨੇ ਨਾ ਤਾਂ ਇਹਦੇ ਵਿੱਚ ਦੁੱਖ ਹੋਏਗਾ, ਨਾ ਗਲਤੀ ਹੋਏਗੀ, ਨਾ ਲਾਸ ਹੋਏਗਾ, ਨਾ ਇਹਦੇ ਚੇਂਜ ਹੋਏਗਾ, ਸਦਾ ਹੀ ਵਿਕਾਸ ਰਹੇਗਾ। ਇਹੋ ਜਿਹੀ ਅਵਸਥਾ ਦੇ ਮਾਲਕ ਹਨ ਸਾਡੇ ਗੁਰੂ। ਇਹੋ ਜਿਹੀ ਅਵਸਥਾ ਦੇ ਨਾਲ ਜੁੜਨ ਦੇ ਮਾਲਕ ਹਨ ਸਾਡੇ ਗੁਰੂ। ਗੁਰੂ ਨਿਰੰਕਾਰ ਸਦਾ ਹੀ ਆਨੰਦ ਨਾਲ ਜੋੜਨ ਲਈ ਸਾਨੂੰ ਉਡੀਕ ਰਿਹਾ ਹੈ। ਵੱਡੇ ਭਾਗ ਨੇ ਸਾਡੇ, ਭਾਗਵਾਨ। ਇਹ ਅਸੀਂ ਆਪਣੇ ਆਪ ਨੂੰ ਦੁੱਖਾਂ ਤੋਂ ਤੋੜਨਾ ਹੈ ਔਰ ਆਨੰਦ ਨਾਲ ਜੁੜਨਾ ਹੈ। ਇਸ ਨੂੰ ਸਮਝਣ ਵਿੱਚ ਕਿਤਨੀ ਦੇਰ ਲੱਗਦੀ ਹੈ? ਮਹਾਰਾਜ ਕਹਿੰਦੇ ਨੇ ਖਿਣ ਵਿੱਚ ਵੀ ਪਤਾ ਲੱਗ ਸਕਦਾ ਹੈ। ਸਮੇਂ ਦਾ ਇਹਦੇ ਵਿੱਚ ਕੋਈ ਕੰਟਰੋਲ ਨਹੀਂ ਹੈ। ਜਦੋਂ ਭੇਦ ਖੁੱਲ੍ਹੇਗਾ ਇੱਕ ਖਿਣ ਵਿੱਚ ਖੁੱਲ੍ਹ ਜਾਏਗਾ। ਸ਼ਬਦ ਦੇ ਨਾਲ ਹਾਜ਼ਰ ਹੋਣਾ ਪਏਗਾ। ਪਰ ਮੈਂ ਸ਼ਬਦ ਦੇ ਵਿੱਚ
ਕਿਤਨੀ ਹੀ ਅਭਿਆਸ ਵਿੱਚ ਬੈਠਦਾ ਹਾਂ, ਕਿਤਨੀ ਦੇਰ ਅਭਿਆਸ ਕਰਦਾ ਹਾਂ, ਇਹ ਮੈਨੂੰ ਦੇਖਣਾ ਹੈ, ਮੈਨੂੰ ਟਟੋਲਣਾ ਹੈ ਆਪਣੇ ਆਪ ਨੂੰ। ਉਸ ਦਿਨ ਮੈਂ ਕੁਝ ਗੁਰਮੁਖ ਦੀ ਗੱਲ ਸੁਣਦਾ ਸੀ, ਉਹ ਧਿਆਨ ਦੀ ਬੜੀ ਗੱਲ ਕਰ ਰਹੇ ਸਨ। ਕਹਿੰਦੇ ਸਨ ਧਿਆਨ ਵਿੱਚ ਬੈਠੋ। ਬਿਲਕੁਲ ਠੀਕ ਗੱਲ ਹੈ, ਪਰ ਮੈਨੂੰ ਲੱਗਦਾ ਹੈ ਧਿਆਨ ਵਿੱਚ ਤਾਂ ਅਸੀਂ ਹਾਂ ਹੀ, ਆਪਣੇ ਆਪ ਨੂੰ ਅਸੀਂ ਡਿਸਟਰੈਕਟ ਕੀਤਾ ਹੈ। ਉਹ ਡਿਸਟਰੈਕਸ਼ਨ ਹਟਾ ਦਈਏ ਤੇ ਧਿਆਨ ਹਾਜ਼ਰ ਹੋ ਜਾਏਗਾ। ਸਾਡੇ ਮਨ ਦਾ ਸੱਤ ਜਿਹੜਾ ਹੈ ਉਹ ਧਿਆਨਸਤ ਹੈ, ਇਕਾਗਰ ਮਨ ਹੈ, ਇੱਕ ਮਨ ਹੈ। ਅਸੀਂ ਉਸ ਨੂੰ ਡਿਵਾਈਡ ਕੀਤਾ ਹੋਇਆ ਹੈ ਬਾਹਰ ਮੁਖੀ ਕਰਕੇ। ਜੇ ਅਸੀਂ ਡਿਸਟਰੈਕਸ਼ਨਸ ਹਟਾਉਂਦੇ ਰਹਾਂਗੇ, ਅੰਤਰ ਵੱਲ ਜਾਣਾ ਸਿੱਖ ਲਵਾਂਗੇ, ਤਾਂ ਇਕਾਗਰ ਮਨ ਪ੍ਰਗਟ ਹੋ ਜਾਏਗਾ। ਔਰ ਇਕਾਗਰ ਮਨ ਵਿੱਚ ਸਭ ਉਹੀ ਲੱਛਣ ਹਨ ਜੋ ਸਾਹਿਬ ਨੇ ਸਮਝਾਏ ਹਨ। ਭਰਮਣ ਮਿਟ ਜਾਂਦਾ ਹੈ, ਵਿਸਰਾਮ ਮਿਲ ਜਾਂਦਾ ਹੈ, ਆਨੰਦ ਆ ਜਾਂਦਾ ਹੈ, ਮਨ ਤ੍ਰਿਪਤ ਹੈ। ਇਹ ਅਵਸਥਾਵਾਂ ਸਾਡੇ ਮਨ ਵਿੱਚ ਹਾਜ਼ਰ ਹੀ ਹਨ। ਇਹਦੇ ਵਾਸਤੇ ਕਰਨ ਦੀ ਕੋਈ ਲੋੜ ਨਹੀਂ ਹੈ ਕੁਝ। ਬਸ ਕੂੜ ਦੀ ਜਿਹੜੀ ਪਾਲ ਹੈ ਉਹਨੂੰ ਤੋੜਨਾ ਹੈ। ਹੰਕਾਰ ਦੀ ਜਿਹੜੀ ਦੀਵਾਰ ਖੜੀ ਹੈ, ਹੰਕਾਰ ਰੂਪੀ ਜਿਹੜਾ ਮਨ ਹੈ, ਉਸ ਨੂੰ ਤਿਆਗ ਕੇ ਸ਼ਬਦ ਦੇ ਹਜ਼ੂਰੀ ਵਿੱਚ ਇੱਕ ਨਵੇਂ ਦੇਸ਼ ਵਿੱਚ ਚਲੇ ਜਾਣਾ ਹੈ। ਮੈਂ ਤੋਂ ਚਲੇ ਜਾਣਾ ਹੈ ਦੂਰ, ਗੁਰੂ ਨੂੰ ਮਿਲ ਜਾਣਾ ਹੈ। ਇਹ ਸਰੀਰ ਜਿਹੜਾ ਧਾਰਨ ਕੀਤਾ, ਉਸ ਦੀ ਜੋ ਭੇਦ ਨੇ ਉਹਨੂੰ ਜਾਣ ਲੈਣਾ ਹੈ। ਸੱਚ ਦੀ ਕਾਰ ਗੁਰਮੁਖ ਕਹਿੰਦੇ ਨੇ ਫਿਰ ਕਮਾ ਲੈਂਦਾ ਹੈ, ਜਦੋਂ ਉਹਨੂੰ ਸਮਝ ਆ ਜਾਂਦਾ ਹੈ, ਲਿਵ ਜੁੜ ਜਾਂਦੀ ਹੈ। ਜਦੋਂ ਜਿਵੇਂ ਇੱਕ ਸੋਰਸ ਤੋਂ ਜਿੱਥੇ ਗਹਿਨ ਆਨੰਦ ਹੋਏ, ਉਹਦੇ ਨਾਲ ਮੈਂ ਆਪਣੇ ਆਪ ਨੂੰ ਟਿਊਨ ਕਰ ਲਿਆ ਹੋਏ, ਐਸੇ ਸੋਰਸ ਦੀ ਗੱਲ ਲੱਭਦੇ ਹੋਏ ਲੋਕਾਂ ਨੇ ਗੰਗਾ ਦੇ ਇਸ਼ਨਾਨ ਸ਼ੁਰੂ ਕਰ ਦਿੱਤੇ, ਗਊਮੁਖ ਵੱਲ ਟੁਰਨਾ ਜਾਣਾ ਸ਼ੁਰੂ ਕਰ ਦਿੱਤਾ। ਜਾਣਾ ਦੇ ਮਨ ਦੇ ਸੋਰਸ ਵੱਲ ਹੈ। ਅਸੀਂ ਮਨ ਦਾ ਸੋਰਸ ਕੀ ਹੈ? ਉਹ ਤਾਂ ਅੰਤਰ ਹੈ। ਉਸ ਵਿੱਚ ਇਕਾਂਤ ਦੀ ਲੋੜ ਹੈ, ਡੈਡੀਕੇਸ਼ਨ ਦੀ, ਅਰਦਾਸ ਦੀ ਲੋੜ ਹੈ, ਪੁਕਾਰ ਦੀ ਲੋੜ ਹੈ, ਤੜਫਣ ਦੀ ਲੋੜ ਹੈ, ਦੁੱਖ ਤੋਂ ਦੂਰ ਜਾਣ ਦੀ, ਦੁੱਖ ਤੋਂ ਜੀਵਨ ਨੂੰ ਜਾਣ ਕੇ ਝੂਠ ਨੂੰ ਛੱਡਣ ਦੀ ਇਹ ਅਰਦਾਸ ਅੰਤਰਾਤਮਾ ਵਿੱਚ ਆਉਣ ਦੀ ਲੋੜ ਹੈ। ਔਰ ਇਹ ਦੁੱਖ ਸਾਡੇ ਨਾਲ ਇਹ ਗਿਫਟ ਦੇ ਸਕਦਾ ਹੈ ਸਾਨੂੰ। ਦੁੱਖ ਸਾਡੇ ਜੀਵਨ ਦਾ ਦਾਰੂ ਬਣ ਸਕਦਾ ਹੈ। ਜਦੋਂ ਦੁੱਖ ਆਏ ਤਾਂ ਅਸੀਂ ਫਿਰ ਭ੍ਰਮਣ ਵਿੱਚ ਨਾ ਨਿਕਲ ਜਾਈਏ। ਕਿਆ ਪਵੀਏ ਸੱਚ ਸੋਚਾ ਹੋਏ। ਦੁੱਖ ਤੋਂ ਸਿੱਖ ਲਈਏ ਜੀਵਨ ਕੀ ਹੈ, ਮਨ ਕਿੱਥੇ ਲਗਾਣਾ ਹੈ। ਐਸੇ ਕਾਰਨ ਤੇ ਸਾਰੀ ਦੁਨੀਆ ਪਰੇਸ਼ਾਨ ਹੈ। ਫਿਰ ਅਖੀਰ ਵਿੱਚ ਨਹੀਂ ਲੱਗਦਾ ਤਾਂ ਫਿਰ ਇੱਧਰ ਉੱਧਰ ਦੇ ਅਸੀਂ ਐਂਟਰਟੇਨਮੈਂਟਸ ਲੱਭਦੇ ਹਾਂ, ਕਿਉਂਕਿ ਮਨ ਹੀ ਨਹੀਂ ਪਤਿਆ ਰਿਹਾ। ਇਹਨੂੰ ਕਿੱਥੇ ਟਿਕਾਣਾ ਹੈ ਉਹੀ ਨਹੀਂ ਸਮਝ ਆ ਰਿਹਾ। ਇਹੀ ਤਾਂ ਇੱਕ ਪ੍ਰਸ਼ਨ ਹੈ ਜੋ ਜੀਵਨ ਦੇ ਆਦ ਔਰ ਅੰਤ ਤੱਕ ਮੈਨੂੰ ਪਰੇਸ਼ਾਨੀ ਵਿੱਚ ਡੁਬਾਏ ਰੱਖਦਾ ਹੈ। ਮੈਂ ਜਿਹੜੀ ਚੀਜ਼ ਦੇਖਦਾ ਹਾਂ, ਜਿਹੜੇ ਜਨ ਨੂੰ ਦੇਖਦਾ ਹਾਂ, ਜਿਹੜੇ ਐਕਸਪੀਰੀਅੰਸ ਦੇਖਦਾ ਹਾਂ, ਉਹਨਾਂ ਤੋਂ ਇਹੀ ਸੋਚਦਾ ਹਾਂ ਕਿ ਇੱਥੇ ਮਿਲ ਜਾਏਗਾ, ਚਲੋ ਇੱਥੇ ਚਲੀਏ। ਮਨ ਉੱਥੇ ਟੁਰ ਪੈਂਦਾ ਹੈ ਔਰ ਫਿਰ ਮਨ ਦੁੱਖ ਦਿੰਦਾ ਹੈ। ਐਕਸਪੈਕਟੇਸ਼ਨ ਵਿੱਚ ਜਦੋਂ ਵੀ ਜਾਵਾਂਗੇ ਡਿਸਅਪੁਆਇੰਟਮੈਂਟ ਮਿਲੇਗੀ। ਨਾਮ ਵਿੱਚ ਕੋਈ ਐਕਸਪੈਕਟੇਸ਼ਨ ਨਹੀਂ ਹੈ। ਜੋ ਚਾਹੀਦਾ ਹੈ ਉਹ ਹਾਜ਼ਰ ਹੋ ਚੁੱਕਿਆ ਹੈ। ਇੱਕ ਤ੍ਰਿਪਤਤਾ ਹੈ। ਮਨ ਜਿਹੜਾ ਹੈ ਉਹ ਤ੍ਰਿਪਤ ਹੋ ਗਿਆ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਹਿੰਦੇ ਨੇ ਇੱਕ ਰਤਨ ਹੈ, ਉਹ ਕਿੱਥੇ ਹੈ ਭਾਈ? ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਮਨ ਦੇ ਅੰਦਰ ਹੀ ਹੈ ਨਾ, ਮਤ ਵਿੱਚ ਰਤਨ। ਜੀਵਨ ਦੇ ਵਿੱਚ ਹੀਰੇ ਪਾਣੇ ਹਨ,
ਜੌਹਰੀ ਕੋਲ ਜਾਣ ਦੀ ਲੋੜ ਨਹੀਂ ਹੈ। ਮਨ ਦੇ ਵਿੱਚ ਉਹ ਹੀਰੇ ਹਨ ਜਿਹੜੇ ਸਾਨੂੰ ਰਾਜ ਦੇ ਦੇਣਗੇ। ਇਹੋ ਜਿਹਾ ਰਾਜ ਜਿਹੜਾ ਸਦਾ ਲਈ ਹੈ। ਦੁਨੀਆ ਨਹੀਂ ਉਸ ਨੂੰ ਜਾਣਦੀ ਹੈ, ਦੁਨੀਆ ਉਹਦੇ ਢੰਡੋਰੇ ਨਹੀਂ ਪੀਟਦੀ ਹੈ, ਬਟ ਉਹ ਅਸਲ ਰਾਜ ਹੈ। ਮਨ ਟਿਕ ਜਾਂਦਾ ਹੈ ਫਿਰ ਉਹਦੇ ਵਿੱਚ। ਨਾਮ ਵੀ ਤਾਂ ਇੱਕ ਰਤਨ ਹੈ, ਅਨਮੋਲ ਰਤਨ ਹੈ। ਸ਼ਬਦ ਵੀ ਰਤਨ ਹੈ। ਵੱਡੇ ਭਾਗ ਹਨ ਜਿਨ੍ਹਾਂ ਦੇ, ਉਹਨਾਂ ਨੂੰ ਇਹ ਮਿਲਦੇ ਹਨ। ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਮਹਾਰਾਜ ਕਹਿੰਦੇ ਹਨ ਸਾਡੇ ਸਾਰਿਆਂ ਦੇ ਭਾਗ ਵਿੱਚ ਮਸਤਕ ਹੈ, ਵੱਡੇ ਭਾਗ ਨੇ। ਸ਼ਬਦ ਨੂੰ ਜੁੜਨ ਦੀ ਲੋੜ ਹੈ, ਜੀਵਨ ਨੂੰ ਬਦਲੀ ਕਰਨ ਦੀ ਲੋੜ ਹੈ, ਜੀਵਨ ਨੂੰ ਝੂਠ ਤੋਂ ਤਿਆਗ ਕੇ ਸੱਚ ਵੱਲ ਜਾਣ ਦੀ ਲੋੜ ਹੈ। ਇੱਕ ਵੈਰਾਗ ਦੀ ਲੋੜ ਹੈ, ਪਿਆਸ ਦੀ ਲੋੜ ਹੈ, ਇੱਕ ਪੁਕਾਰ ਦੀ ਲੋੜ ਹੈ। ਉਹ ਇਕਾਗਰ ਕਰ ਦੇਗਾ ਸਾਨੂੰ। ਤੜਫਣ ਵਿੱਚ ਇਕਾਗਰਤਾ ਦੀ ਸ਼ਕਤੀ ਹੈ, ਕਿਉਂਕਿ ਉਹਦੇ ਵਿੱਚ ਇਮੋਸ਼ਨਲ ਐਨਰਜੀ ਹੈ। ਮਹਾਰਾਜ ਨੇ ਜਪਜੀ ਸਾਹਿਬ ਵਿੱਚ ਸਾਨੂੰ ਇਹ ਦੱਸਿਆ ਹੈ, ਭਾਖਿਆ ਪਾਓ ਅਪਾਰ। ਰੱਬ ਨੂੰ ਮਿਲਣ ਦੀ ਭਾਸ਼ਾ ਭਾਵਨਾ ਹੈ, ਇਮੋਸ਼ਨਸ ਹਨ। ਰਤਨ ਗੁਰੂ ਕਾ ਸ਼ਬਦ ਹੈ। ਰਤਨ ਜੇ ਹੈ ਨਾਮ ਹੈ, ਪ੍ਰੇਮ ਹੈ ਉਹ ਰਤਨ ਜਿਹੜਾ ਸਦਾ ਲਈ ਵਿਗਾਸ ਦੇ ਦਿੰਦਾ ਹੈ। ਇਹ ਹੈ ਕਿੱਥੇ ਰਤਨ? ਮਹਾਰਾਜ ਕਹਿੰਦੇ ਨੇ ਸਤਿਗੁਰ ਤੁਠੇ ਪਾਈਨ ਅੰਦਰ ਰਤਨ ਭੰਡਾਰ। ਇੱਕ ਵਾਰ ਟੁੱਟ ਜਾਏ ਗੁਰੂ, ਅੰਦਰ ਵੀ ਮਿਲ ਜਾਂਦਾ ਸਭ ਕੁਝ। ਧਰਤੀ ਤੇ ਪੈਰ ਤਾਂ ਰਹਿੰਦੇ ਹਨ, ਪਰ ਸਤਵੇਂ ਆਕਾਸ਼ ਦੀ ਉਡਾਰੀ ਆਨੰਦ ਦੇ ਵਿੱਚ ਹਾਜ਼ਰ ਹੋ ਜਾਂਦੀ ਹੈ। ਆਨੰਦ ਰੂਪ ਰਵਿਓ ਸਭ ਮੱਦੇ, ਜਦ ਕਤ ਪ੍ਰਿਖ ਹੋ ਜਾਈ। ਆਸਮਾਨ ਮਿਆਨੇ ਲਹਿੰਗ ਦਰਿਆ ਗੁਸਲ ਕਰਦਨ ਬੂਦ। ਇੱਕ ਦਰਿਆ ਬਹਿ ਰਿਹਾ ਹੈ ਕਹਿੰਦੇ ਨੇ ਆਨੰਦ ਦਾ, ਉਹਦੇ ਵਿੱਚ ਇਸ਼ਨਾਨ ਕਰ ਲੈ। ਆਸਮਾਨ 10ਵੇਂ ਦਵਾਰ ਦੇ ਵਿੱਚ ਇੱਕ ਆਨੰਦ ਬਹਿ ਰਿਹਾ ਹੈ। ਆਸਮਾਨ ਮਿਆਨੇ ਉਹਦੇ ਵਿੱਚ ਰਹਿ ਲੈ। ਲਹਿੰਗ ਦਰਿਆ ਬਹਿ ਰਿਹਾ ਹੈ, ਇੱਕ ਦਰਿਆ ਗੁਸਲ ਕਰਦਨ ਬੂਦ। ਬਸ ਮਨ ਨੂੰ, ਸੁਰਤ ਨੂੰ ਉਸ ਵਿੱਚ ਲੀਨ ਕਰ ਦੇਣਾ ਹੈ। ਮਹਾਰਾਜ ਦੀ ਕਿਰਪਾ ਨਦਰ ਸਦਕਾ ਇਹ ਅਵਸਥਾ ਅਸੀਂ ਜਾਣ ਸਕਦੇ ਹਾਂ। ਸਾਹਿਬ ਕਹਿੰਦੇ ਹਨ ਇੱਕ ਰਤਨ ਪਦਾਰਥ ਵਣਜ ਦੇ, ਇੱਕ ਕਰੇ ਦੋ ਦੇ ਵਪਾਰਾ, ਇੱਕ ਕੱਚੇ ਦੇ ਵਪਾਰਾ। ਕਹਿੰਦੇ ਨੇ ਦੋ ਰਾਹ ਹਨ। ਇੱਕ ਰਤਨ ਪਦਾਰਥ ਵਣਜ ਦੇ, ਇਹ ਟ੍ਰੇਡ ਜਿਹੜਾ ਹੈ ਅਸਲ ਤੱਤ ਗਿਆਨ, ਅਸਲ ਰਤਨ ਨੂੰ ਜਾਣਨ ਦਾ ਹੈ, ਜਿਹੜੇ ਜੀਵਨ ਵਿੱਚ ਸਾਨੂੰ ਮਨ ਨੂੰ ਬਦਲ ਦੇਗਾ ਹਮੇਸ਼ਾ ਲਈ। ਔਰ ਇੱਕ ਕੱਚੇ ਦੇ ਵਪਾਰਾ, ਔਰ ਦੂਜਾ ਵਪਾਰ ਕੱਚਾ ਹੈ। ਇਹ ਚੋਇਸ ਹੁਣ ਸਾਡੀ ਹੈ। ਇੱਥੇ ਸਾਡਾ ਹੋਣਾ ਕਰਨਾ, ਸਾਡਾ ਜੀਵਨ ਨੂੰ ਜਾਣਨਾ, ਪਰਖ ਲੈਣਾ, ਇਹੀ ਸਿਖਾਏਗਾ ਕਿਸ ਪਾਸੇ ਜਾਣਾ ਹੈ। ਰਤਨ ਪਦਾਰਥ ਘਟ ਹੀ ਮਾਹੀ। ਬਾਹਰਲੇ ਰਤਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੋਦਾਵਰੀ ਵਿੱਚ ਸਿੱਟ ਦਿੰਦੇ ਹਨ। ਘਟ ਹੀ ਮਾਹੀ। ਮਹਾਰਾਜ ਦੱਸਦੇ ਹਨ ਅੰਦਰ ਜਾ ਪਾਈ, ਇਹਦਾ ਕੋਈ ਮੁੱਲ ਨਹੀਂ ਹੈ। ਉਹਨਾਂ ਰਤਨਾਂ ਦਾ ਮੁੱਲ ਹੈ ਜਿਹੜੇ ਮਨ ਦੇ ਅੰਦਰ ਵਸਦੇ ਹਨ, ਜਿਹਦੇ ਨਾਲ ਅਸੀਂ ਜੁੜ ਕੇ ਵਿਕਾਸ ਪਾ ਸਕਦੇ ਹਾਂ। ਜੀਵਨ ਦੇ ਵਿਆਕੁਲਤਾ ਤੋਂ ਦੂਰ, ਪਰੇਸ਼ਾਨੀਆਂ ਤੋਂ ਦੂਰ ਇੱਕ ਇਹੋ ਜਿਹੀ ਇਕਾਗਰਤਾ ਜਿੱਥੇ ਵਿਸਰਾਮ ਹੈ, ਜਿੱਥੇ ਆਨੰਦ ਹੈ, ਜਿੱਥੇ ਭ੍ਰਮਣ ਨਹੀਂ ਹੈ, ਗਲਤੀ ਨਹੀਂ ਹੈ, ਲੌਸ ਨਹੀਂ ਹੈ, ਜਿੱਥੇ ਸਦਾ ਹੈ। ਤੁਮਰੀ ਕਿਰਪਾ ਤੇ ਮੋਹਮਾਨ ਛੂਟੇ, ਬਿਨਸ ਜਾਏ ਫਰਮਾਈ। ਬਸ ਉਹਦੇ ਅੱਗੇ ਸਿਰ ਝੁਕਾਣਾ ਹੈ ਔਰ ਆਨੰਦ ਰੂਪ ਹੋ ਕੇ ਉੱਠ ਜਾਣਾ ਹੈ।
ਬਸ ਉਹਦੇ ਅੱਗੇ ਆਪਣਾ ਮਨ ਨੂੰ ਅਰਪਣ ਕਰਨਾ ਹੈ ਔਰ ਦੁੱਖ ਉੱਥੇ ਹੀ ਗਿਰ ਜਾਣਗੇ, ਪਰੇਸ਼ਾਨੀਆਂ ਉੱਥੇ ਹੀ ਸਦਾ ਲਈ ਚਲੀਆਂ ਜਾਣਗੀਆਂ। ਬਸ ਮੱਥਾ ਟੇਕਣ ਦੀ ਵਿਧੀ ਆ ਜਾਏ ਸਾਨੂੰ। ਜਿਵੇਂ ਮੈਂ ਆਪਣਾ ਸਿਰ ਝੁਕਾਇਆ, ਆਪਣਾ ਮਨ ਅਰਪਣ ਕਰ ਦਿੱਤਾ, ਬ੍ਰਹਮ ਗਿਆਨੀ ਹੋ ਕੇ ਉੱਠ ਸਕਦਾ ਹਾਂ। ਮਹਾਰਾਜ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਜੀਵਨ ਵਿੱਚ ਗੁਰੂ ਦੇ ਆਉਣ ਦੀ ਹੀ ਉਡੀਕ ਹੈ, ਪਰ ਗੁਰੂ ਤਾਂ ਹੀ ਆਏਗਾ ਜਦੋਂ ਮੈਂ ਆਪਣਾ ਛੱਡਾਂਗਾ। ਗੁਰੂ ਤਾਂ ਉਡੀਕਦਾ ਹੈ। ਭਾਵ ਨਹੀਂ ਭਗਤ ਪਾਏ, ਕੌਡੀ ਅਗਰ ਭਾਗ ਰਾਖੇ, ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤ ਹੈ। ਮਨਮੁਖ ਸੋਝੀ ਨਾ ਪਾਵੇ, ਵਿਛੜ ਝੋਟਾ ਖਾਏ। ਮਹਾਰਾਜ ਕਹਿੰਦੇ ਨੇ ਫਿਰ ਉਹੀ ਝੋਟਾ ਖਾਂਦਾ ਹੈ ਜੋ ਮਨ ਦੇ ਰੂਪੀ ਮਨ ਵਿੱਚ ਵਿਆਪਕ ਹੈ, ਉਹਦੇ ਵਿੱਚ ਹੀ ਜਿੰਦਾ ਰਹਿੰਦਾ ਹੈ। ਚੋਟ ਮੈਂ ਰੋਜ਼ ਖਾਂਦਾ ਹਾਂ ਮਹਾਰਾਜ, ਮੈਂ ਕਿਸੇ ਨੂੰ ਕੀ ਕਵਾਂ, ਮੇਰੇ ਆਪਣੇ ਮਨ ਦੀ ਅਵਸਥਾ ਇਹੀ ਹੈ। ਹਜ਼ੂਰ ਕਿਰਪਾ ਕਰਨ, ਮੈਨੂੰ ਸ਼ਬਦ ਦੀ ਬੁੱਧੀ ਦੱਸ ਦੇਣ, ਇੱਕ ਜੀਵਨ ਵਿੱਚ ਗੁਰੂ ਦੀ ਹਾਜ਼ਰੀ ਹਜ਼ੂਰੀ ਬਖਸ਼ ਦੇਣ, ਮੈਂ ਆਪਣੇ ਮਨ ਨੂੰ ਤਿਆਗ ਸਕਾਂ ਮਹਾਰਾਜ। ਝੂਠ ਤਿਆਗ ਕੇ ਸੱਤ ਨੂੰ ਆਲਿੰਗਨ ਕਰ ਲਵਾਂ, ਸੱਤ ਨੂੰ ਜਾਣ ਲਵਾਂ, ਸੱਤ ਦੇ ਵਿਗਾਸ ਵਿੱਚ ਉਤਰ ਜਾਵਾਂ, ਇਸ਼ਨਾਨ ਕਰ ਲਵਾਂ ਨਾਮ ਦੇ ਵਿੱਚ। ਮਨ ਮੇਰਾ ਪਤਿਆ ਜਾਏ, ਭਿੱਜ ਜਾਏ, ਟਿਕ ਜਾਏ। ਜਦੋਂ ਮਨ ਟਿਕ ਗਿਆ ਨਾਮ ਦੇ ਵਿੱਚ, ਦੁਨੀਆ ਦਾ ਸੱਤ ਪ੍ਰਗਟ ਹੋ ਗਿਆ, ਕਮਲ ਖਿੜ ਗਿਆ। ਸਾਹਿਬ ਦੀ ਇਹ ਨਿਰਾਲੀ ਬਾਣੀ ਕਿਤਨੀ ਦੂਰ ਲਿਜਾ ਰਹੀ ਹੈ ਸਾਨੂੰ, ਕਿਤਨਾ ਕੁਝ ਸਿਖਾ ਰਹੀ ਹੈ ਜੀਵਨ ਬਾਰੇ, ਜਿਹੜਾ ਸਾਨੂੰ ਨਹੀਂ ਸਮਝ ਆਉਂਦਾ ਵੈਸੇ ਜਿੰਦੇ ਜੀ। ਹਜ਼ੂਰ ਦੀ ਕਿਰਪਾ ਨਾਲ ਇੱਕ ਇਨਵੀਟੇਸ਼ਨ ਸਾਹਿਬ ਨੇ ਦਿੱਤਾ ਹੈ ਸਾਨੂੰ, ਨਾਮ ਦੇ ਵੱਲ, ਸ਼ਬਦ ਦੇ ਵੱਲ, ਮਨ ਵਿੱਚ ਛਿਪੇ ਰਤਨ ਦੇ ਵੱਲ। ਉਹਨਾਂ ਰਤਨਾਂ ਨੂੰ ਪਾ ਲਈਏ ਜਿਹੜੇ ਮੇਰੇ ਤੋਂ ਕੋਈ ਨਹੀਂ ਲੈ ਸਕਦਾ। ਦੁਨੀਆ ਦੇ ਰਾਜੇ ਵੀ ਦੁਖੀ ਹਨ, ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ। ਹਰ ਕੋ ਨਾਮ ਜਪਤ ਹੋਈ ਸੁਖੀਆ। ਸਾਰੇ ਦੁਨੀਆ ਦੇ ਰਾਜਾਂ ਤੋਂ ਅੱਗੇ ਨਾਮ ਹੈ। ਅਸੀਂ ਰਾਜੇ ਨੂੰ ਅਸਲ ਵਿੱਚ ਜਿੱਤਿਆ ਗਿਣਾਂਗੇ ਜਾਂ ਨਾਮ ਅਭਿਆਸੀ ਨੂੰ, ਇਹੀ ਸਾਡੇ ਜੀਵਨ ਦਾ ਬਹਾਵ ਡਿਫਾਈਨ ਕਰ ਦੇਗਾ। ਮੈਂ ਪਾਵਰ ਜੀਵਨ ਦੀ ਔਰ ਵੈਲਥ ਜਿੱਥੇ ਦਿਖਦੀ ਹੈ ਉੱਥੇ ਹੈ ਨਹੀਂ। ਇਹ ਤੇ ਮੂਵਿੰਗ ਫਿਨੋਮੀਨਾ ਹੈ। ਅੱਜ ਕਿਸੇ ਕੋਲ, ਕੱਲ ਕਿਸੇ ਹੋਰ ਕੋਲ। ਜਿਤਨਾ ਉਹ ਸੁਖ ਦੇਗੀ ਉਸ ਤੋਂ ਜ਼ਿਆਦਾ ਦੁੱਖ ਦੇ ਦੇਗੀ ਜਦੋਂ ਛੱਡਣਾ ਹੋਏਗਾ, ਔਰ ਛੱਡਣਾ ਪਏਗਾ ਕਿਉਂਕਿ ਇਹ ਸਦਾ ਲਈ ਨਹੀਂ ਹੈ। ਇਮੈਜਿਨ ਕਰੋ ਜਿਹਦੇ ਕੋਲ ਬਹੁਤ ਜ਼ਿਆਦਾ ਪਾਵਰ ਹੋਏ, ਉਹ ਹੁਣ ਜਿਤਨਾ ਹੀ ਪਾਵਰ ਜ਼ਿਆਦਾ ਹੈ ਉਤਨੇ ਜ਼ਿਆਦਾ ਨੁਕਸਾਨ ਵਿੱਚ ਹੈ, ਕਿਉਂਕਿ ਉਹ ਸਭ ਜਾਏਗਾ ਹੁਣ। ਇਸ ਤੋਂ ਡਰਦਾ ਹੋਇਆ ਉਹ ਹੋਰ ਗੇੜ ਵਿੱਚ ਚੱਲਦਾ ਰਹਿੰਦਾ ਹੈ, ਹੋਰ ਡਰਦਾ ਰਹਿੰਦਾ, ਹੋਰ ਡਰ ਵੱਧਦਾ ਰਹਿੰਦਾ। ਮਨ ਹੁਣ ਇੱਕ ਇਹੋ ਜਿਹੀ ਪਰੇਸ਼ਾਨੀ ਵਿੱਚ ਆ ਗਿਆ ਜਿਹਦਾ ਕੋਈ ਅੰਤ ਨਹੀਂ ਹੈ। ਹਰਲ ਬਿਲੋਲੀ ਚੱਕੋ ਚੱਕ, ਲਾਟੂ ਮਦਾਣੀਆਂ ਅਨਗਾ, ਪੰਖੀ ਪਾਉਂਦਿਆਂ ਲੈਣ ਨਸਾ। ਬਹੁਤ ਜ਼ਿਆਦਾ ਮੂਵਮੈਂਟ ਹੈ। ਦੋਜਕ ਦੀ ਅੱਗ ਇਹੀ ਲੱਗਦੀ ਮੈਨੂੰ, ਜਿੱਥੇ ਮੈਂ ਆਪਣੇ ਆਪ ਤੋਂ ਹੀ ਡਰ ਕੇ ਜੀਵਨ ਵਿੱਚ ਜਿੰਦਾ ਰਹਿੰਦਾ ਹਾਂ। ਇੱਕ ਡਰ ਫਾਊਂਡੇਸ਼ਨ ਬਣ ਜਾਂਦੀ ਹੈ ਜੀਵਨ ਦੀ। ਸਭ ਕੁਝ ਜਾਏਗਾ, ਇਹ ਬਹੁਤ ਵੱਡਾ ਡਰ ਹੈ। ਔਰ ਇਹ ਅਵੇਅਰਨੈਸ ਸਭ ਕੋਲ ਹੈ। ਮਹਾਰਾਜ ਕਹਿੰਦੇ ਨੇ ਗੁਰਮੁਖ ਸਾਚੇ ਮਨ ਪਤਿਆਏ। ਮਨ ਨੂੰ ਸੱਚੀ ਜਗ੍ਹਾ ਲਗਾ ਲਿਆ। ਅਸੀਂ ਮਨ ਨੂੰ ਕਿੱਧਰ ਲਗਾ ਰਹੇ ਹਾਂ, ਸਾਨੂੰ ਦੇਖਣਾ ਹੈ। ਮਨ ਗਲਤ ਜਗ੍ਹਾ ਚੱਲ ਰਿਹਾ ਹੈ, ਦੁੱਖ ਆਏਗਾ ਜੀਵਨ ਵਿੱਚ, ਸਿਖਾਏਗਾ। ਸਿੱਖਣਾ ਚਾਹੀਦਾ ਹੈ। ਦੁੱਖ ਦਾਰੂ ਬਣ ਜਾਏਗਾ।
दुख भी दवा बन जाएगा, दुख भी एक गिफ्ट बन जाएगा, फिर दुख भी आनंद का कारण बन जाएगा जे असी सीखना चाहिए ਤਾਂ। पर महाराज दी ਜਿਹੜੀ शब्द की विचार की विधि है, ਇਹਦੇ ਨਾਲ मैं अपने मन ਨੂੰ रंगदा रहना हाँ। साहिब कहते हैं फिर की होता है, गुरमुख अलख लिखाए तिस पावे। एक अनडिफाइंड डायमेंशन है जीवन की, जिहदे बारे लिखिया नहीं जा सकता। मैं पहले लाओ त्सू की गल दसी सी, बड़ी प्यारी कथा है। ताओ ते चिंग किताब लिखी उन्हें, 4 दिन बॉर्डर ते बैठ के, ਉਹਦੀ पहली लाइन कहती है, ट्रुथ कैन नेवर बी रिटन अबाउट। साहिब इसे गल नूं हुक्म के रूप में कहते हैं, हुक्म ना कहा जाए। जिहड़ा अलख है, जिहदे बारे लिखिया नहीं जा सकता, बोलिया नहीं जा सकता, जानिया नहीं जा सकता, यही वो जैन स्टैचू है जिहड़े 3 बंदरां दा स्टैचू है। जिहड़ा देखिया नहीं जा सकता, बोलिया नहीं जा सकता, सुनिया नहीं जा सकता, उस स्टैचू का मतलब यह है। जैन बुद्धिज्म दे विच वो स्टैचू है। बहुत अच्छी प्रथा है जैन दी। ज़ाज़ेन, जस्ट सिटिंग, कहते हैं बस बैठ जा, त्याग दे दुनिया का झूठ, सत नाल जुड़ जा, लिव लग जाएगी, लिव दे विच समा जावांगे, आनंद बरखा आ जाएगी जीवन दे विच, दुख सब निकल जाएंगे जीवन चो। ज़ाज़ेन, गुरमुख साचे मन पत्याए, गुरमुख अलख लिखाए। जान लिया जिहड़ा जिहदे बारे लिखिया नहीं जा सकता, मन दे उस रूप नूं जान लिया जिहदे बारे कोई गल नहीं कही जा सकती। मन दे विच हाजिर है वो शक्ति। असी उस झूठे मन दे विच ही विचरते रहने हैं, जिहड़े बाहरला मन है। अंतर मन विच की है, विकास है। महाराज कहते हैं और रतन अंदर है, मन दे अंदर ही है। माफ करना, बड़ी शिखर दियां गल्लां गुरु साहब कर रहे हैं। एक तरह नाल बदली हो जाता है मन, उड़ीक रहिंदी है गुरु महाराज की बाणी मन विच उतारीए। मेरे झूठे मन नूं भी कुछ सुकून मिल जाता है। गुरमुख अलख लिखाए तिस पावे। अलख दे बारे जान लिया है, उन्होंने पा जाता है। फिर वो जीवन फिर उन्होंने रंग दिंदा है, पक्का रंग जीवन का चढ़ जाता है। मजीठ, मन नूं कित्थे लगाना है, ये मेरी सारे जीवन की परेशानी है। ये करके ही मैं दुखी हाँ, पता नहीं कित्थे लगाना है। पर जानदा हाँ, सोचदा हाँ कि मैनू पता है, ए मेरा भ्रम है, ए मेरा हंकार है। गुरु नूं नहीं लभदा, अपने मन दे विच ही आप ही मैनू सब कुछ पता है। ਇਹਦੇ ਵਿੱਚ मैं जीवन जीना हाँ, विछड़ चोटा खावे। आसा दी वार विच साहिब सानू यही दसदे हन कि असी उस खेत दे विच उन्हां बुआड़ा दी तरह हाँ, छूटे तिल बुआड़ ज्यों सुंजे अंदर खेत, जिन्हां दे विच कोई फल नहीं लगेगा, क्योंकि असी आप ही अपने हंकार दे विच ही विचरते रहंदे हाँ। नाम नाल नहीं जुड़ सकते। जब तक मैं हाँ, नाम हाजिर नहीं हो सकेगा। नानक गुरु ना चेतनी, गुरु नूं नहीं चेतदा हाँ। मन अपने सुचेत, मेरा मन सब कुछ जानता है, यह मेरा हंकार है। छूटे तिल बुआड़ ज्यों सुंजे अंदर खेत। जिवें बुआड़ सुनने हुन, उन्हां कुछ कोई फल नहीं लगना, इवें खेतां विच मेरा यही हाल है। पर साहिब कहते हैं साडे भाग वड्डे हन। नाम पदार्थ मिल सकता है, रतन अमोलक मिल सकता है। इस जीवन दे नाल वड्डे भाग भी जुड़े हैं। सानू उन्हां वल टुरना है, झूठ त्यागना है। महाराज गुरमुख अलख लखाए तिस पावे, उन्होंने पा जाता है। फिर
ਫਿਰ ਇਹ ਦੁਨੀਆ ਦਾ ਰੰਗ ਨਹੀਂ ਝੜਦਾ ਹੈ। ਫਿਰ ਉਸ ਧਰਤੀ ਦੀ ਹਵਾ, ਮਿੱਠੀ ਮਿੱਠੀ ਹਵਾ ਮਨ ਦੇ ਆਨੰਦ ਵਿੱਚ, ਮਨ ਦੇ ਅੰਦਰ ਹੀ ਰਹਿੰਦੀ ਹੈ। ਫਿਰ ਟੁੱਟਦਾ ਨਹੀਂ ਹੈ। ਮਹਾਰਾਜ ਕਹਿੰਦੇ ਹਨ, ਨਾਨਕ ਗੁਰਮੁਖ ਚੋਟ ਨਾ ਖਾਵੇ। ਜਦ ਬਾਹਰ ਜਾ ਕੇ ਐਕਸਪੈਕਟੇਸ਼ਨ ਵਿੱਚ ਜਾਏਗਾ ਨਹੀਂ, ਡਿਸਅਪੁਆਇੰਟਮੈਂਟ ਕਿਵੇਂ ਮਿਲੇਗੀ? ਫਿਰ ਚੋਟਾਂ ਨਹੀਂ ਖਾਂਦਾ ਹੈ। ਕੌਣ ਚੋਟਾਂ ਖਾਂਦਾ ਹੈ ਜੀਵਨ ਦੀਆਂ? ਮਹਾਰਾਜ, ਮਨਮੁਖ ਸੋਝੀ ਨਾ ਪਵੇ, ਵਿਛੜ ਚੋਟਾ ਖਾਏ। ਲਿਵ ਤੋਂ ਟੁੱਟ ਗਿਆ, ਨਾਮ ਤੋਂ ਟੁੱਟ ਗਿਆ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਾਂ ਮੁਖ ਚੋਟ ਖਾਏਗਾ। ਅੰਤਰ ਨਹੀਂ ਗਿਆ। ਸੂਫੀ ਇਹਨੂੰ 11ਵੀਂ ਡਾਇਰੈਕਸ਼ਨ ਕਹਿੰਦੇ ਹਨ ਜੀਵਨ ਦੀ, ਅੰਤਰ ਜਾਣਾ। ਧਿਆਨ ਵਿੱਚ ਸ਼ਬਦ ਦੇ ਅੰਦਰ ਨਹੀਂ ਗਿਆ। ਅਹਰਨ ਮਤ ਵੇਦ ਹਥਿਆਰ, ਪਾਓ ਕਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਟਿੱਟਾਲ, ਘੜੀਏ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨਕਾਰ। ਇਹ ਨਦਰ ਸਾਡੇ ਜੀਵਨ ਦਾ ਹਿੱਸਾ ਬਣ ਸਕਦੀ ਹੈ। ਇੱਥੇ ਸਭ ਫਰਕ ਆ ਜਾਂਦਾ ਹੈ ਕਿ ਮੈਂ ਆਪਣੇ ਜੀਵਨ ਵਿੱਚ ਕੀ ਸਮਝ ਕੇ ਜੀਵਨ ਜੀ ਰਿਹਾ ਹਾਂ। ਕਿ ਮੈਂ ਝੂਠ ਨੂੰ ਆਪਣੇ ਨਾਲ ਰੱਖਣਾ ਹੈ, ਕਿ ਮੈਂ ਆਪਣੀ ਸੰਗਤ, ਆਪਣੇ ਸੁਰਤ ਔਰ ਸ਼ਬਦ ਦੇ ਵਿੱਚ ਲੀਨ ਹੋ ਕੇ ਮਨ ਨੂੰ ਬਦਲ ਦੇਣਾ ਹੈ। ਪਰਖ ਲੈਣਾ ਜੀਵਨ ਨੂੰ ਕਹਿੰਦੇ ਮਹਾਰਾਜ। ਗੁਰਮੁਖ ਪਰਖ ਹੈ ਰਤਨ ਸੁਭਾਏ। ਜੀਵਨ ਨੂੰ ਪਰਖ ਲਈਏ, ਜੀਵਨ ਹੈ ਕੀ। ਜਦੋਂ ਕਿਸੇ ਚੀਜ਼ ਨੂੰ ਪਰਖਾਂਗੇ ਤੇ ਉਹਦੇ ਤੱਤ ਵੱਲ ਚਲੇ ਜਾਵਾਂਗੇ, ਉਹਨੂੰ ਜਾਣ ਲਵਾਂਗੇ ਉਹ ਹੈ ਕੀ। ਬਾਦਫਾ ਅਸੀਂ ਜੀਵਨ ਨੂੰ ਜੀਂਦੇ ਹਾਂ ਬਿਨਾਂ ਜਾਣੇ ਜੀਵਨ ਕੀ ਹੈ। ਚੋਟਾਂ ਖਾਂਦੇ ਹਾਂ, ਫਿਰ ਮੇਰੇ ਵਰਗੇ ਮਨ ਦਾ ਹਾਲ ਹੋ ਜਾਂਦਾ ਹੈ। ਵਿਆਕੁਲ, ਪਰੇਸ਼ਾਨ, ਚਿੰਤਿਤ, ਭ੍ਰਮਣ ਵਿੱਚ, ਸਦਾ ਅਸਥਿਰ, ਅਨਸਟੇਬਲ, ਇਨਸਿਕਿਉਰ, always wanting, incomplete। ਇਹ ਬਣ ਜਾਂਦੀ ਹੈ ਸਾਡੀ ਰਿਐਲਿਟੀ। ਫਿਰ ਗੁਰੂ ਨਾਨਕ ਸਾਹਿਬ ਇਨਵਾਈਟ ਕਰਦੇ ਹਨ ਇਹੋ ਜਿਹੇ ਜੀਵਨ ਵੱਲ ਜਿੱਥੇ ਕੋਈ ਰਤਨ ਮਿਲੇਗਾ। ਲਿਵ ਛੁਟਕੀ, ਲੱਗੀ ਤ੍ਰਿਸ਼ਨਾ, ਉਸ ਤੋਂ ਦੂਰ ਲੈ ਜਾਂਦੇ ਹਨ ਸਾਨੂੰ। ਲਿਵ ਨਾਲ ਜੋੜਨ ਦੀ ਵਿਧੀ ਦੱਸ ਰਹੇ ਹਨ। ਗੁਰਮੁਖ ਰਤਨ ਲਹੇ ਲਿਵ ਲਾਏ। ਲਿਵ ਸ਼ਬਦ ਨਾਲ ਜੋੜ ਦਈਏ ਧਿਆਨ ਨੂੰ। ਮਹਾਰਾਜ ਨਾਲ ਬੈਠਣਗਾ, ਉਹਨਾਂ ਦੇ ਵਿਚਾਰਾਂ ਨਾਲ ਸਾਂਝ ਪਾਣੀ ਉਹਨਾਂ ਨਾਲ ਬੈਠਣ ਵਰਗਾ ਹੀ ਹੈ। ਉਹਨਾਂ ਦੀ ਹਜ਼ੂਰੀ ਦਿਖਣੀ ਸ਼ੁਰੂ ਹੋ ਜਾਂਦੀ ਹੈ। ਇੱਕ ਪ੍ਰੈਜ਼ੈਂਸ ਹੈ ਉਹਨਾਂ ਦੀ ਬਾਣੀ ਵਿੱਚ। ਪੰਜਾਬ ਗਿਆ ਮੈਂ ਇੱਕ ਵਾਰ। ਉੱਥੇ ਬਾਰਡਰ ਦੇ ਨੇੜੇ, ਮੈਂ ਸਥਾਨ ਦਾ ਨਾਮ ਭੁੱਲਦਾ ਹਾਂ, ਜਦੋਂ ਪਾਕਿਸਤਾਨ ਨੂੰ ਨਦੀ ਜਾਂਦੀ ਹੈ, ਇੱਕ ਸਾਧੂ ਪੁਰਸ਼ ਨੇ ਜਗ੍ਹਾ ਬਣਾਈ ਹੈ। ਉਹ ਨਾਨਕਸਰ ਡੇਰੇ ਤੋਂ ਸ਼ਾਇਦ ਲਿੰਕਡ ਸੀਗੇ। ਤਾਂ ਉਹਨਾਂ ਨੇ ਕਿਹਾ ਤੁਹਾਨੂੰ ਸਰੂਪ ਦਿਖਾਈਏ ਗੁਰੂ ਦਾ। ਮੈਨੂੰ ਸਮਝ ਨਹੀਂ ਆਈ, ਪਰ ਉਹਨਾਂ ਦੇ ਕਮਰੇ 'ਚ ਗਿਆ ਅਤੇ ਉਹਨਾਂ ਦੇ ਜਿਹੜੇ ਗੁਰੂ ਸਨ ਜਾਂ ਬਾਬਾ ਜੀ ਸਨ, ਉਹਨਾਂ ਦੀ ਪੂਰੀ ਫੋਟੋ ਲਗਾਈ ਹੋਈ ਸੀ। ਮੇਰੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ। ਗੁਰੂ ਫੋਟੋ ਹੋ ਸਕਦਾ ਹੈ, ਗੁਰੂ ਸਰੀਰ ਵੀ ਨਹੀਂ ਹੈ। ਸਾਡੇ ਗੁਰੂ ਸਰੀਰ ਵਿੱਚ ਸਨ, ਪਰ ਗੁਰੂ ਆਪਣੇ ਆਪ ਵਿੱਚ ਸਰੀਰ ਤੋਂ ਪਰੇ ਹੈ। ਗੁਰੂ ਦਾ ਐਕਸਪੀਰੀਅੰਸ ਅਗਰ ਇੱਕ ਵਾਰ ਸਾਨੂੰ ਮਿਲ ਜਾਏ ਤਾਂ ਕਦੇ ਨਹੀਂ ਵਿਛੜਦਾ ਹੈ। ਅਗਰ ਸਾਨੂੰ ਫੋਟੋ ਦੀ ਲੋੜ ਹੈ, ਫਿਰ ਅਸੀਂ ਸਰੀਰ ਨਾਲ ਜੁੜੇ ਹਾਂ। ਸਰੀਰ ਤਾਂ ਨਾਸ਼ਵਾਨ ਹੈ, ਫੋਟੋ ਗੁਰੂ ਨਹੀਂ ਹੈ। ਗੁਰੂ ਦੀ ਬਾਣੀ, ਗੁਰੂ ਦੇ ਵਿਚਾਰ, ਗੁਰੂ ਦੇ ਦਰਸ਼ਨ ਹਨ। ਮਨ ਵਿੱਚ ਦਰਸ਼ਨ ਕਰਨੇ ਗੁਰੂ ਦੇ, ਉਹਦੇ ਬਾਣੀ ਦੇ ਜ਼ਰੀਏ ਹਨ। ਉਹਨਾਂ ਦੀ ਬਾਣੀ ਨੂੰ ਮਨ ਵਿੱਚ ਉਤਾਰਨਾ
ਮਨ ਨੂੰ ਗੁਰੂ ਨਾਲ ਜੋੜਨਾ ਹੈ। ਇਹ ਗੁਰੂ ਦੇ ਦਰਸ਼ਨ ਹਨ। ਬਾਣੀ ਗੁਰੂ ਦੇ ਦਰਸ਼ਨ ਹਨ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ। ਸਿੱਧ ਗੋਸ਼ ਦੇ ਦਰਸ਼ਨ ਵਿੱਚ ਉਹਨਾਂ ਦੇ ਦਰਸ਼ਨ ਹਨ। ਧੰਨ ਇਹ ਬਾਣੀ ਹੈ। ਧੰਨ ਇਹ ਸਮਾਂ ਹੈ ਜਿੱਥੇ ਉਹਨਾਂ ਦੀ ਬਾਣੀ ਵਿਚਾਰੀ ਜਾ ਸਕਦੀ ਹੈ। ਅਸੀਂ ਉਸ ਨੂੰ ਮਨ ਵਿੱਚ ਉਤਾਰਦੇ ਹਾਂ। ਮਨ ਬਦਲੀ ਹੋ ਜਾਂਦਾ ਹੈ। ਮਨ ਕੁਝ ਨਵੇਂ ਰੰਗ ਵਿੱਚ ਰੰਗਿਆ ਜਾਂਦਾ ਹੈ। ਇੱਕ ਪ੍ਰੇਮ ਉਤਰਦਾ ਹੈ ਮਨ ਵਿੱਚ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ। ਫਿਰ ਅੰਮ੍ਰਿਤ ਨਾਲ ਜੁੜ ਦਿੰਦੇ ਹਨ। ਜਿਹੜਾ ਆਨੰਦ ਕਦੇ ਨਹੀਂ ਮਿਟ ਸਕਦਾ, ਅੰਮ੍ਰਿਤ ਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਟਾਈਮਲੈਸ ਐਂਟਿਟੀ ਹੈ ਗੁਰੂ। ਸਪੇਸ, ਟਾਈਮ ਔਰ ਕੌਜ਼ ਤੋਂ ਪਰੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਾ ਲਈ ਸਥਿਰ ਹੈ। ਜੋ ਉਹਦੇ ਵਿਚਾਰ ਹਨ ਟਾਈਮਲੈਸ ਹਨ, ਸਮੇਂ ਤੋਂ ਬਿਯੋਂਡ ਹਨ। ਐਸੇ ਕਰਕੇ ਸਾਹਿਬ ਨੇ ਉੱਥੇ ਕੋਈ ਕੰਡੀਸ਼ਨਸ ਨਹੀਂ ਪਾਈਆਂ, ਕੀ ਖਾਣਾ ਹੈ, ਕੀ ਪਾਣਾ ਹੈ। ਸਦਾ ਆਨੰਦ ਰਹੇ ਦਿਨ ਰਾਤੀ। ਨਾਮ ਨਾਲ ਜੁੜਨਾ ਹੈ ਕਹਿੰਦੇ ਹਨ। ਨਾਮ ਨਾਲ ਜੁੜ ਕੇ ਮਨ ਨਿਰਮਲ ਹੋਏਗਾ। ਇੱਕ ਨਿਰਮਲ ਮਨ ਤੋਂ ਫਿਰ ਕੀ ਪ੍ਰਗਟ ਹੁੰਦਾ ਹੈ? ਉਹ ਨਿਰਮਲ ਮਨ ਹੀ ਕੰਟਰੋਲ ਕਰ ਸਕਦਾ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸਿੱਧਾਂ ਦੀ ਗੋਸ਼ਟੀ ਵਿੱਚ ਬੈਠਣਾ ਹੈ। ਨਾਮ ਦੇ ਦਰਸ਼ਨਾਂ ਵਿੱਚ ਬੈਠ ਜਾਓ। ਨਾਮ ਰਾਤੇ ਹਉਮੈ ਜਾਏ। ਮੈਂ ਚਲਾ ਜਾਂਦਾ ਹੈ। ਨਾਨਕ ਸਾਹਿਬ ਕਹਿੰਦੇ ਹਨ, ਨਾਮ ਪ੍ਰਗਟ ਹੋ ਜਾਂਦਾ ਹੈ। ਨਿਰਮਾਇਲ, ਨਿਰਮਲ ਮਨ ਹੋ ਜਾਂਦਾ ਹੈ, ਮਹਾਰਾਜ ਕਹਿੰਦੇ। ਔਰ ਉੱਥੋਂ ਕੀ ਮਿਲਦਾ ਹੈ ਮਹਾਰਾਜ? ਅਵਗਤੋਂ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਹਜ਼ੂਰ ਕਹਿੰਦੇ ਹਨ ਕਿ ਜਦੋਂ ਮਨ ਨਿਰਮਲ ਹੋ ਜਾਏਗਾ ਤਾਂ ਨਿਰੰਕਾਰ ਪ੍ਰਗਟ ਹੋ ਜਾਏਗਾ ਮਨ ਵਿੱਚ। ਅਵਗਤੋਂ ਨਿਰਮਾਇਲ ਉਪਜੇ, ਨਿਰਗੁਣ ਔਰ ਸਰਗੁਣ ਵਿੱਚ ਉਹ ਹਾਜ਼ਰ ਹੈ, ਇਹ ਗਿਆਨ ਹੋ ਜਾਏਗਾ। ਅਵਗਤੋਂ ਨਿਰਮਾਇਲ ਉਪਜੇ, ਜਿਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਉਹ ਨਿਰਮਲਤਾ ਦੇ ਵਿੱਚ ਉਪਜੇਗਾ। ਉਹਨੂੰ ਮਿਲਾਂਗੇ ਤੇ ਨਿਰਮਲ ਹੋ ਜਾਵਾਂਗੇ। ਨਿਰਮਲ ਹੋ ਜਾਵਾਂਗੇ ਤੇ ਉਹਦੇ ਨਾਲ ਜੁੜ ਜਾਵਾਂਗੇ। ਇਹ ਨਾਮ ਦੀ ਕਿਰਪਾ ਹੈ ਮਹਾਰਾਜ। ਅਚਰਜਵਾਨੀ ਬਾਣੀ ਹੈ। ਇਸ ਬਾਣੀ ਦੇ ਕੁਝ ਹਿੱਸੇ ਗੁਰੂ ਸਾਹਿਬ ਨੇ ਆਪਣੇ ਕੋਲ 17 ਸਾਲ ਰੱਖੇ ਹਨ, ਕਿਉਂਕਿ ਸਿੱਧਾਂ ਦੀ ਗੋਸ਼ਟੀ ਦੇ ਵਿੱਚ ਗੈਪ ਹੈ। ਜਿਹੜੀ ਆਖਰੀ ਗੋਸ਼ਟੀ ਹੋਈ ਅਚਲ ਬਟਾਲੇ ਦੇ ਵਿੱਚ, ਅਚਲ ਮੰਦਿਰ ਹੈ ਯੋਗੀਆਂ ਦਾ। ਜਦੋਂ ਸਾਹਿਬ ਪਹੁੰਚ ਗਏ ਉੱਥੇ ਯੋਗੀਆਂ ਦੀ ਸਭਾ ਵਿੱਚ, ਸ਼ਿਵਰਾਤ ਦਾ ਮੇਲਾ ਚੱਲਦਾ ਹੈ। ਹਜ਼ੂਰ ਹਾਜ਼ਰ ਹੋ ਗਏ ਹਨ। ਜਿਵੇਂ ਸਤ ਪ੍ਰਗਟ ਹੋ ਗਿਆ ਹਨੇਰੇ ਵਿੱਚ, ਜਿਵੇਂ ਨਾਮ ਆ ਗਿਆ ਹੋਏ। ਆਓ ਅਧਿਆਤਮ ਦੀ ਗੱਲ ਚਲਾਈਏ। ਆਓ ਕੁਝ ਉਸ ਦੇਸ਼ ਦੀ ਗੱਲ ਚਲਾਈਏ। ਸ਼ੋਰਗੁਲ ਤੋਂ ਅਲੱਗ ਮਨ ਦੀ ਕੁਝ ਗੱਲ ਟਟੋਲੀਏ। ਆਓ ਦੇਖੀਏ ਸਤ ਕਿੱਥੇ ਹੈ ਜੀਵਨ ਦਾ। ਆਓ ਜਾਣੀਏ ਜੀਵਨ ਨੂੰ। ਸ਼ਿਵਰਾਤ ਦੇ ਮੇਲੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਹਨ। ਆਵਾਜ਼ ਦੇ ਰਹੇ ਹਨ, ਜਿਵੇਂ ਸਾਰੀ ਸ੍ਰਿਸ਼ਟੀ ਨੂੰ ਬਾਂਗ ਦਿੰਦੇ ਹੋਣ। ਆਓ ਦੁੱਖਾਂ ਤੋਂ ਦੂਰ ਜਾ ਕੇ ਆਪਣੇ ਸੁਖ ਲੱਭ ਲਓ ਅੰਤਰ ਮਨ ਵਿੱਚ। ਜਾਣ ਲਵੋ ਜੀਵਨ ਕੀ ਹੈ। ਅਵਗਤੋਂ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਸ਼ਿਵਰਾਤ ਦੇ ਮੇਲੇ ਵਿੱਚ ਫਰਵਰੀ ਮਾਰਚ ਦਾ ਮਹੀਨਾ ਹੈ। ਇਹ ਡਾਇਲੌਗ ਚੱਲਿਆ ਹੈ। ਫਿਰ ਜਦੋਂ ਸਿੱਧਾਂ ਨੇ ਵੀ ਸਮਝ ਲਿਆ ਕੌਣ ਆ ਗਿਆ, ਕੁਝ ਵਿਚਾਰ ਖੁੱਲੇ, ਫਿਰ ਗਹਿਨ ਪ੍ਰਸ਼ਨ ਉੱਠਣੇ ਸ਼ੁਰੂ ਹੋ ਗਏ। ਉਹਨਾਂ ਪ੍ਰਸ਼ਨਾਂ ਤੋਂ ਫਿਰ
ਸਾਹਿਬ ਨੇ ਇਹਨਾਂ ਪਦਾਂ ਦੇ ਵਿੱਚ ਗੱਲ ਕੀਤੀ ਹੈ ਗੁਰਮੁਖ ਦੀ, ਨਾਮ ਦੀ, ਮਨਮੁਖ ਦੀ। ਇਹ ਉਹਨਾਂ ਵਿਚਾਰਾਂ ਤੋਂ, ਉਹਨਾਂ ਪ੍ਰਸ਼ਨਾਂ ਤੋਂ ਅੱਗੇ ਵੱਧ ਰਹੇ ਹਨ। ਨਾਮ ਕਿੱਥੇ ਮਿਲੇਗਾ? ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸੱਚ ਰਹੇ ਸਮਾਏ। ਸੱਚ ਵਿੱਚ ਸਮਾਉਣ ਦੀ ਗੱਲ ਬਾਰ-ਬਾਰ ਇਸ ਬਾਣੀ ਵਿੱਚ ਕਰਦੇ ਹਨ। ਮੈਂ ਝੂਠ ਵਿੱਚ ਜੀਂਦਾ ਹਾਂ, ਰੋਜ਼ ਝੋਟਾ ਖਾਂਦਾ ਹਾਂ। ਫਿਰ ਕਹਿੰਦੇ ਹਨ ਨਾਨਕ ਵੱਡੇ ਸੇ ਵਡਭਾਗੀ, ਨਾਨਕ ਵੱਡੇ ਸੇ ਵਡਭਾਗੀ, ਜਿਨ ਸੱਚ ਰੱਖਿਆ ਔਰ ਤਾਰ। ਜਿਨ੍ਹਾਂ ਨੇ ਸੱਚ ਦੀ ਬੁਨਿਆਦ ਬਣਾ ਲਈ ਜੀਵਨ ਦੀ। ਇਹ ਸਾਡੇ ਜੀਵਨ ਦਾ ਸੱਤ ਹੋ ਸਕਦਾ ਹੈ। ਹਜ਼ੂਰ ਕਹਿ ਰਹੇ ਹਨ ਅਸੀਂ ਵੱਡੇ ਭਾਗਾਂ ਵਾਲੇ ਬਣ ਸਕਦੇ ਹਾਂ। ਫਾਊਂਡੇਸ਼ਨ ਤਾਂ ਅਸੀਂ ਰੱਖਣੀ ਹੈ। ਨਾਮ ਦੀ ਰੱਖਾਂਗੇ ਕਿ ਮਨ ਦੇ ਹੰਕਾਰ ਦੀ ਰੱਖਾਂਗੇ, ਇਹ ਚੋਇਸ ਸਾਡੀ ਹੈ। ਮਹਾਰਾਜ ਕਹਿੰਦੇ ਨੇ ਸਾਡੇ ਵੱਡੇ ਭਾਗ ਹੋ ਸਕਦੇ ਹਨ, ਭਾਗਵਾਨ ਹੋ ਸਕਦੇ ਹਾਂ। ਗੁਰਮੁਖ ਅਲਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ। ਸਮਾਈ ਗਿਆ ਸਤ ਵਿੱਚ, ਆਨੰਦ ਦਾ ਰੂਪ ਹੋ ਗਿਆ। ਆਨੰਦ ਰੂਪ ਰਵਿਓ ਸਤ ਮੱਦੇ, ਜਤ ਕਤ ਪੇਖੁ ਜਾਈ। ਨਿਹਾਲ ਹੋ ਜਾਂਦੇ ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਦੇ ਦਰਸ਼ਨ ਕਰਦੇ ਕਰਦੇ। ਹਜ਼ੂਰ ਆਪਣੀ ਕਿਰਪਾ ਰੱਖਣ, ਨਾਮ ਨਾਲ ਜੋੜਨ, ਸ਼ਬਦ ਨਾਲ ਜੋੜਨ ਦੀ ਵਿਧੀ ਦੱਸਣ, ਸਮਾਂ, ਇਕਾਗਰਤਾ, ਇਹਨਾਂ ਦਾ ਗਿਆਨ ਹੋ ਜਾਏ। ਸਮਾਂ ਔਰ ਸ਼ਕਤੀ ਨਾਮ ਵਿੱਚ ਲੀਨ ਹੋਣ ਨਹੀਂ ਲਗਾ ਪਾਈਏ। ਇਹ ਅਸੀਸ ਗੁਰੂ ਸਾਹਿਬ ਦੇਣ। ਇਹ ਅਰਦਾਸ ਨਾਲ ਮੈਂ ਅੱਜ ਦੀ ਜਿਹੜੀ ਇਹ ਵਿਚਾਰ ਹੈ ਇਸ ਨੂੰ ਇੱਥੇ ਹੀ ਆਪ ਅੱਗੇ ਅਰਦਾਸ ਸਹਿਤ ਸਮਰਪਣ ਕਰਦਾ ਹਾਂ। ਅਨੇਕਾਂ ਹੀ ਮੈਂ ਭੁੱਲਾਂ ਕਰ ਜਾਂਦਾ ਹਾਂ, ਉਹਦੇ ਲਈ ਮਾਫੀ ਦੇਣਾ। ਆਪ ਸੋਚ ਸਕੋ ਕੁਛ ਮੇਰੀ ਗਲਤੀਆਂ ਨੂੰ ਤਾਂ ਜ਼ਰੂਰ ਕਰਨਾ। ਜੀ ਆਇਆਂ ਨੂੰ। ਕੁਝ ਆਪ ਕਹਿਣਾ ਚਾਹੋ, ਕੁਝ ਸੰਗਤ ਵਿੱਚ ਵਿਚਾਰਨਾ ਚਾਹੋ ਤਾਂ ਮੋਸਟ ਵੈਲਕਮ। ਆਪ ਦਾ ਬਹੁਤ ਬਹੁਤ ਧੰਨਵਾਦ। ਸੰਗਤ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।